ਇੱਕ ਸੀ ਸਾਰਾ, ਲੇਖਕਾ ਅੰਮ੍ਰਿਤਾ ਪ੍ਰੀਤਮ, ਕਰਾਚੀ ਦੀ ਸ਼ਾਇਰਾ ਸਾਰਾ ਸ਼ਗੁਫਤਾ ਦੀ ਜੀਵਨ ਬਾਰੇ। ਆਡੀਓ ਪਾਠ ਭਾਗ 6। ਜ਼ਮੀਰ ਦਾ ਜ਼ਹਿਰ। 11 ਅਕਤੂਬਰ 1982 ਦੀ ਤਾਰੀਖ ਵਿੱਚ ਲਿਖਿਆ ਹੋਇਆ ਸਾਰਾ ਦਾ ਖਤ ਮਿਲਿਆ। ਅੰਮ੍ਰਿਤਾ, ਇਲੈਕਟ੍ਰੋਨਿਕ ਸ਼ੌਕਸ ਲੱਗਣ ਦੀ ਵਜ੍ਹਾ ਨਾਲ ਅਜੇ ਤੱਕ ਤਬੀਅਤ ਠੀਕ ਨਹੀਂ ਹੋਈ। ਮੈਂ ਤਾਂ ਇੱਕ ਮਜ਼ਾਕ ਹਾਂ ਅੰਮ੍ਰਿਤਾ। 21 ਦਿਨ ਪਾਗਲਖਾਨੇ ਰਹਿ ਕੇ ਆਈ ਹਾਂ, ਕਦੇ ਪਾਗਲਖਾਨੇ ਕਦੇ ਘਰ। ਤੂੰ ਜਿਸ ਮੁਹੱਬਤ ਨਾਲ ਮੈਨੂੰ ਖਤ ਲਿਖੇ ਹਨ, ਉਹਦੇ ਲਈ ਮੁਹੱਬਤ ਦਾ ਲਫ਼ਜ਼ ਵੀ ਛੋਟਾ ਹੈ। ਮੇਰੇ ਹੱਥ ਬਹੁਤ ਕੰਬਦੇ ਹਨ, ਜਿਸਮਾਨੀ ਤਕਲੀਫ ਵੱਧ ਗਈ ਹੈ। ਕੰਬਦੇ ਹੱਥਾਂ ਨਾਲ ਤੈਨੂੰ ਖਤ ਲਿਖ ਰਹੀ ਹਾਂ। ਇੱਕ ਮਾਂ ਹੈ ਜੋ ਮੇਰੀ ਵਹਿਸ਼ਤ ਵਿੱਚ ਸ਼ਰੀਕ ਰਹਿੰਦੀ ਹੈ। ਬਾਕੀ ਤਾਂ ਸਾਰੇ ਲੋਕ ਨਾ ਜ਼ਮੀਨ ਬਣ ਸਕੇ ਨਾ ਅੱਥਰੂ। ਸਾਰੀ ਰਾਤ ਹੱਥਾਂ ਵਿੱਚ ਬੀਤ ਜਾਂਦੀ ਹੈ। ਸੂਲੀ ਉੱਤੇ ਸੌਂਦੀ ਹਾਂ। ਨਾਦਾਨੀਆਂ ਦੀ ਕੈਦ ਬਾਮੁਸ਼ੱਕਤ ਕੱਟਦੀ ਹਾਂ। ਬਹੁਤ ਸਨਾਟਾ ਹੈ। ਯਾਦਦਾਸ਼ਤ ਵੀ ਬਹੁਤ ਖਰਾਬ ਹੋ ਗਈ ਹੈ। ਕੁਝ ਦਿਨ ਪਹਿਲਾਂ ਤਾਂ ਕਿਸੇ ਨੂੰ ਨਹੀਂ ਪਛਾਣਦੀ ਸਾਂ। ਅਜੇ ਵੀ ਇਕੱਲਿਆਂ ਕਿਤੇ ਨਹੀਂ ਜਾ ਸਕਦੀ, ਰਾਹ ਭੁੱਲ ਜਾਂਦੀ ਹਾਂ। ਬਿਮਾਰੀ ਦੀ ਵਜ੍ਹਾ ਨਾਲ ਅਜੇ ਕਿਤਾਬ ਵੀ ਨਹੀਂ ਛਪ ਸਕੀ। ਬਸ ਸਿਰਫ ਪ੍ਰੈਸ ਜਾਣਾ ਬਾਕੀ ਹੈ। ਹੋਰ ਸਾਰਾ ਕੰਮ ਹੋ ਚੁੱਕਾ ਹੈ। ਜਿਉਂ ਹੀ ਤਬੀਅਤ ਕੁਝ ਠੀਕ ਹੋਈ, ਆਪਣੀ ਅੰਮ੍ਰਿਤਾ ਕੋਲ ਜ਼ਰੂਰ ਹਿੰਦੁਸਤਾਨ ਆਵਾਂਗੀ। ਸ਼ਾਮਾਂ ਦਾ ਦਰ ਤਾਂ ਸਿਰਫ ਰੁੱਖਾਂ ਕੋਲ ਹੁੰਦਾ ਹੈ। ਅੱਗ ਦਾ ਰੰਗ ਮੇਰੇ ਪੋਟਿਆਂ ਉੱਤੇ ਰਹਿਣ ਲੱਗ ਪਿਆ ਹੈ। ਅੰਮ੍ਰਿਤਾ, ਮੈਂ ਪਾਗਲ ਨਹੀਂ ਹੋਣਾ ਚਾਹੁੰਦੀ। ਇੱਕ ਜ਼ਹਿਨ ਸੀ, ਉਹ ਵੀ ਸਾਥ ਛੱਡ ਰਿਹਾ ਹੈ। ਮੈਂ ਚੀਖਾ ਵਿੱਚ ਰੰਗੀ ਗਈ ਹਾਂ। ਵਿਕੀਆਂ ਹੋਈਆਂ ਜ਼ਮੀਨਾਂ ਉੱਤੇ ਪੇੜ ਲਾਉਣ ਨਾਲ ਛਾਂ ਕੌੜੀ ਹੋ ਜਾਏਗੀ। ਟੁੱਟੇ ਹੋਏ ਚੰਨ ਦੀ ਜ਼ੁਬਾਨ ਅਸਮਾਨ ਵਿੱਚ ਰਹਿ ਗਈ ਹੈ। ਹੁਣ ਖਾਮੋਸ਼ੀ ਦਾ ਵੀ ਕੀ ਹੋਵੇਗਾ। ਮੈਂ ਖੁਦਾ ਦੀ ਆਵਾਜ਼ ਦੀ ਤਰ੍ਹਾਂ ਆਪਣੀ ਆਵਾਜ਼ ਤੋਂ ਦੂਰ ਰਹਿਣਾ ਚਾਹੁੰਦੀ ਹਾਂ। ਮੈਂ ਕਦੇ ਜ਼ਬਾਨ ਨਹੀਂ ਹਾਰੀ ਤੇ ਨਾ ਕਦੇ ਹੱਥ ਸੁੱਟੇ ਹਨ। ਸੂਰਜ ਰੰਗਾਂ ਨਾਲ ਬੇਵਫਾਈਆਂ ਨਿਭਾਉਂਦਾ ਰਹਿੰਦਾ ਹੈ। ਮੈਂ ਖੁਦਾ ਤੋਂ ਜ਼ਿਆਦਾ ਇਕੱਲੀ ਹਾਂ, ਪਰ ਆਪਣੇ ਗੁਨਾਹਾਂ ਵਿੱਚ ਸ਼ਰੀਕ ਹਾਂ। ਜ਼ਮੀਰ ਦਾ ਜ਼ਹਿਰ ਤਾਂ ਸੁਕਰਾਤ ਦੇ ਪਿਆਲੇ ਨਾਲੋਂ ਵੀ ਵੱਡਾ ਹੈ ਅੰਮ੍ਰਿਤਾ। ਦੁਆ ਫਕੀਰ ਤੋਂ ਵੱਧ ਭੁੱਖੀ ਹੁੰਦੀ ਹੈ। ਮੈਂ ਕਿੰਨੀ ਮਿੱਟੀ ਤੁਰ ਆਈ ਹਾਂ। ਤੌਖਲਿਆਂ ਦੀਆਂ ਜੁੱਤੀਆਂ ਟੁੱਟਦੀਆਂ ਰਹੀਆਂ ਤੇ ਦਿਲ ਵਿੱਚ ਦੁਆ ਦਾ ਕਿੱਲ ਖੁੱਭਦਾ ਰਿਹਾ। ਤਬੀਅਤ ਬਹੁਤ ਖਰਾਬ ਰਹਿਣ ਲੱਗ ਪਈ ਹੈ ਅੰਮ੍ਰਿਤਾ। ਕਾਸ਼ ਤੂੰ ਕੋਲ ਹੁੰਦੀ। ਇੱਥੇ ਮੈਂ ਕਿਹਦੇ ਨਾਲ ਗੱਲਾਂ ਕਰਾਂ? ਕੌਣ ਹੈ? ਕਦੇ ਕਦੇ ਤਾਂ ਰਾਤ ਭਰ ਚੀਕਾਂ ਮਾਰਨ ਦਾ ਦੌਰਾ ਪੈਂਦਾ ਹੈ। ਜਦੋਂ ਹੋਸ਼ ਆਉਂਦੀ ਹੈ ਤਾਂ ਬਹੁਤ ਸ਼ਰਮਿੰਦਗੀ ਹੁੰਦੀ ਹੈ। ਘਰ ਵਾਲੇ ਵਿਚਾਰੇ ਖਾਹ ਪਰੇਸ਼ਾਨ ਹੋ ਜਾਂਦੇ ਨੇ। ਸਾਰੀ ਰਾਤ ਤੁਰਦੀ ਰਹਿੰਦੀ ਹਾਂ। ਪੈਰਾਂ ਉੱਤੇ ਸੋਜ ਆ ਜਾਂਦੀ ਹੈ। ਕਦੇ ਕਦੇ ਜੀਭ ਵੀ ਥਥਲਾਉਣ ਲੱਗ ਪੈਂਦੀ ਹੈ। ਦੁਆ ਕਰ ਅੰਮ੍ਰਿਤਾ, ਮੈਂ ਮਿੱਟੀ ਤੋਂ ਵੱਧ ਖਾਮੋਸ਼ ਹੋ ਜਾਵਾਂ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮੇਰਾ ਵਿਆਹ ਕਰ ਦਿੱਤਾ ਜਾਏ ਤਾਂ ਮੈਂ ਠੀਕ ਹੋ ਜਾਵਾਂਗੀ। ਰਿਸ਼ਤੇ ਤਾਂ ਬਹੁਤ ਆਉਂਦੇ ਹਨ ਅੰਮ੍ਰਿਤਾ, ਦੋਸਤ ਨਹੀਂ ਮਿਲਦਾ। ਕੀ ਕਰਾਂ? ਗੱਲ ਨੂੰ ਜ਼ਿਆਦਾ ਜਾਣ ਜਾਣਾ ਹੀ ਤਾਂ ਦੁੱਖ ਹੈ। ਮੈਂ ਝੂਠ, ਮਕਾਰੀ, ਫਰੇਬ ਸਭ ਤੋਂ ਵਾਕਿਫ ਹਾਂ। ਰਿਸ਼ਤਾ ਕਿਹਦੇ ਨਾਲ ਬੰਨਾਂ? ਇਮਰੋਜ਼ ਨੂੰ ਬਹੁਤ ਬਹੁਤ ਸਲਾਮ। ਮੈਂ ਇਮਰੋਜ਼ ਦੀ ਦਿਲ ਤੋਂ ਕਦਰ ਕਰਦੀ ਹਾਂ। ਸਵੈ ਜੀਵਨੀ ਲਿਖ ਰਹੀ ਹਾਂ। ਜਲਦ ਅਰਸਾਲ ਕਰਾਂਗੀ। ਤੇਰਾ ਖਤ ਆਉਣ 'ਤੇ ਨਵੀਂ ਜ਼ਿੰਦਗੀ ਮਿਲਦੀ ਹੈ। ਸਾਰਾ ਸ਼ਗੁਫਤਾ। ਮੱਚਦੀ ਬੁਝਦੀ ਔਰਤ। ਤੇ ਕੁਝ ਦਿਨਾਂ ਬਾਅਦ ਸਾਰਾ ਨੇ ਆਪਣੀ ਦਾਸਤਾਨ ਦਾ ਆਖਰੀ ਹਿੱਸਾ ਲਿਖ ਕੇ ਭੇਜ ਦਿੱਤਾ, ਜਿਸ ਉੱਤੇ 25 ਨਵੰਬਰ 1982 ਦੀ ਤਾਰੀਖ ਸੀ। ਕੀ ਲਿਖਦੀ ਹੈ? ਮੇਰੀ ਜ਼ਿੰਦਗੀ ਵਿੱਚ ਕਈ ਮਰਦ ਆਏ, ਪਰ ਮੈਂ ਸਿਰਫ ਇੱਕ ਮਰਦ ਦੀ ਹੈਰਤ ਵਿੱਚ ਸ਼ਰੀਕ ਰਹੀ। ਉਮਰ ਕਿਉਂਕਿ ਵੱਡੀ ਹੈ, ਇਸ ਲਈ ਖਿਡੌਣੇ ਛੇਤੀ ਟੁੱਟ ਜਾਂਦੇ ਹਨ। ਜ਼ਿਆਦਾਤਰ ਇਕੱਲੀ ਹੀ ਸਮੁੰਦਰ 'ਤੇ ਜਾਂਦੀ ਹਾਂ ਤਾਂ ਸਮੁੰਦਰ ਦੇ ਇੱਕ ਹੀ ਸਵਾਲ ਦਾ ਜਵਾਬ ਨਹੀਂ ਦੇ ਸਕਦੀ। ਜ਼ਾਤ ਵਿੱਚ ਫਰੇਬ ਤੇ ਮਕਾਰੀ ਨਹੀਂ ਹੈ। ਜਦ ਵੀ ਕੋਈ ਮਿਲਦਾ ਹੈ, ਮੇਰੀਆਂ ਸੱਚਾਈਆਂ ਸੁਣ ਕੇ ਕਦਮ ਚੁਰਾ ਲੈਂਦਾ ਹੈ। ਮੇਰਾ ਵੀ ਜੀ ਕਰਦਾ ਹੈ ਕਿ ਕੋਈ ਇਮਰੋਜ਼ ਜਿੰਨਾ ਵੱਡਾ ਆਦਮੀ ਮੈਨੂੰ ਮਿਲੇ ਤੇ ਮੈਂ ਇਕੱਲਤਾ ਦੇ ਅਜ਼ਾਬ ਤੋਂ ਬਚਾਂ। ਲਿਖਣ ਦੀ ਵਜ੍ਹਾ ਤੋਂ ਘਰ ਵਾਲੇ ਸਖਤ ਨਫ਼ਰਤ ਕਰਦੇ ਹਨ ਤੇ ਕਹਿੰਦੇ ਹਨ, ਤੂੰ ਖਾਨਦਾਨ ਦੀ ਮਿੱਟੀ ਪਲੀਤ ਕਰ ਰਹੀ ਹੈ। ਚੰਗਾ ਹੋਵੇਗਾ ਜੇਕਰ ਮੌਤ ਤੈਨੂੰ ਆਪਣੀ ਆਗੋਸ਼ ਵਿੱਚ ਲੈ ਲਵੇ। ਆਏ ਦਿਨ ਰਸਾਲਿਆਂ ਵਿੱਚ, ਅਖਬਾਰਾਂ ਵਿੱਚ ਸਾਰੀਆਂ ਸ਼ਾਈਆਂ ਦੁਹਰਾਉਂਦੀ ਰਹਿੰਦੀ ਹੈ। ਘਰ ਵਿੱਚ ਕੋਈ ਪ੍ਰਾਹੁਣਾ ਆ ਜਾਵੇ ਤਾਂ ਅੰਮੀ ਛੇਤੀ ਨਾਲ ਰੱਦੀ ਚੁਣਨ ਲੱਗਦੀ ਹੈ। ਫਿਰ ਮੇਰੇ ਲਫ਼ਜ਼ ਅੱਗ ਦੀ ਨਜ਼ਰ ਹੋ ਜਾਂਦੇ ਹਨ। ਤੱਕੜੀ ਦੇ ਇੱਕ ਪੱਲੇ ਵਿੱਚ ਹਮੇਸ਼ਾ ਵੱਟਾ ਹੁੰਦਾ ਹੈ ਤੇ ਸ਼ਾਇਦ ਇਸੇ ਦਾ ਨਾਂ ਇਨਸਾਫ ਜਾਂ ਸੱਚਾਈ ਹੈ।
ਪੱਥਰ ਹੀ ਤਾਂ ਇਨਸਾਫ ਕਰਦੇ ਹਨ। ਨਫ਼ਰਤ ਦੀਆਂ ਧੱਜੀਆਂ ਨਾਲ ਭਰੀਆਂ ਹੋਈਆਂ ਅੱਖਾਂ ਜਦ ਮੈਨੂੰ ਵੇਖਦੀਆਂ ਹਨ ਤਾਂ ਮੈਂ ਆਪਣਾ ਦਿਲ ਪੜ੍ਹਨ ਲੱਗਦੀ ਹਾਂ। ਸੱਚਾਈਆਂ ਨਾਲ ਲੋਕ ਮਰਨ ਲੱਗਣ ਤਾਂ ਮੁਰਦਾ ਲੋਕਾਂ ਦੇ ਝੂਠ ਜਮ੍ਹਾਂ ਰੱਖੋ ਕਿ ਸਾਨੂੰ ਨੰਗੀਆਂ ਅੱਖਾਂ ਨੂੰ ਵੀ ਦਫਨਾਉਣਾ ਹੁੰਦਾ ਹੈ। ਮੈਂ ਜ਼ਿੰਦਗੀ ਵਿੱਚ 4 ਵਾਰ ਖੁਦਕਸ਼ੀ ਕੀਤੀ ਪਰ ਮੌਤ ਨਹੀਂ ਆਈ। ਖੁਦਾ ਇੱਕ ਦਿਨ ਗਿਣ ਰਿਹਾ ਹੈ ਤਾਂ ਜ਼ਹਿਰ ਅੰਮ੍ਰਿਤ ਬਣ ਜਾਂਦਾ ਹੈ। ਅਜੇ 6 ਮਹੀਨੇ ਪਹਿਲਾਂ ਮੈਂ ਆਪਣੀ ਚੌਥੀ ਕਿਤਾਬ ਅੱਖਾਂ ਮੁਕੰਮਲ ਕਰ ਲਈ ਤਾਂ ਫਿਰ ਜਾਇਕਾ ਬਦਲਣ ਦੀ ਸੂਝੀ। ਬਾਜ਼ਾਰ ਤੋਂ ਜ਼ਹਿਰ ਖਰੀਦ ਕੇ ਲਿਆਈ ਅਤੇ ਫਿਰ ਆਪਣੀ ਬਹੁਤ ਹੀ ਪਿਆਰੀ ਦੋਸਤ ਅੰਮ੍ਰਿਤਾ ਪ੍ਰੀਤਮ ਨੂੰ ਖਤ ਲਿਖਿਆ, ਬਹੁਤ ਤਫਸੀਲ ਨਾਲ। ਉਸ ਰਾਤ ਅੰਮੀ ਨੇ ਮੈਨੂੰ ਚਾਹ ਲਿਆ ਕੇ ਦਿੱਤੀ ਅਤੇ ਮੈਂ ਚਾਹ ਦੇ ਨਾਲ ਹੀ ਜ਼ਹਿਰ ਵੀ ਪੀ ਲਿਆ। ਇੱਕ ਛੋਟਾ ਜਿਹਾ ਖਤ ਲਿਖਿਆ ਕਿ ਮੈਂ ਖੁਦਕਸ਼ੀ ਕਰ ਰਹੀ ਹਾਂ, ਇਸ ਦੁਨੀਆ ਨੂੰ ਥੁੱਕ ਦੇਣਾ ਚਾਹੁੰਦੀ ਹਾਂ। ਮੈਂ ਉਹ ਖਤ ਅੰਮੀ ਨੂੰ ਦਿੱਤਾ। ਅੰਮੀ ਹੈਰਾਨ ਜਿਹੀ ਹੋਈ, ਉਹ ਪੜ੍ਹੀ ਲਿਖੀ ਨਹੀਂ ਹੈ। ਉਹਨੇ ਖਤ ਰੱਖ ਲਿਆ ਅਤੇ ਮੈਂ ਕਿਹਾ, ਇਹ ਖਤ ਸਵੇਰੇ ਮੇਰੇ ਵੱਡੇ ਭਰਾ ਨੂੰ ਦੇ ਦੇਣਾ। ਮੇਰਾ ਮਕਸਦ ਇਹ ਸੀ ਕਿ ਬਾਅਦ ਵਿੱਚ ਪੁਲਿਸ ਵਾਲੇ ਮੇਰੇ ਘਰਦਿਆਂ ਨੂੰ ਤੰਗ ਨਾ ਕਰਨ। ਜ਼ਹਿਰ ਖਾਣ ਬਾਅਦ ਗਈ ਰਾਤ ਜਦ ਮੈਂ ਅੰਮੀ ਨਾਲ ਗੱਲਾਂ ਕਰਦੀ ਰਹੀ, ਅਚਾਨਕ ਮੈਂ ਅੰਮੀ ਤੋਂ ਪੁੱਛਿਆ, ਅੰਮੀ, ਕੀ ਜ਼ਿੰਦਗੀ ਵਿੱਚ ਤੁਸੀਂ ਕਦੇ ਕਿਸੇ ਨਾਲ ਇਸ਼ਕ ਕੀਤਾ ਹੈ? ਅੰਮੀ ਬਹੁਤ ਨਾਰਾਜ਼ ਹੋਈ ਅਤੇ ਕਿਹਾ, ਮੈਂ ਤੇਰੇ ਪਿਤਾ ਦੇ ਇਲਾਵਾ ਕਿਸੇ ਬੰਦੇ ਨੂੰ ਨਜ਼ਰ ਭਰ ਕੇ ਨਹੀਂ ਵੇਖਿਆ, ਅਤੇ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ। ਫਿਰ ਮੈਂ ਬੇਹੋਸ਼ ਹੋ ਗਈ। ਘਰ ਵਾਲੇ ਜਿਨਾ ਹਸਪਤਾਲ ਲੈ ਗਏ। ਮੈਨੂੰ ਆਕਸੀਜਨ ਲੱਗੀ ਰਹੀ ਸੀ। 4 ਦਿਨ ਬਾਅਦ ਮੈਨੂੰ ਹੋਸ਼ ਆਇਆ। ਵੇਖਿਆ ਉਹੀ ਜ਼ਮੀਨ, ਉਹੀ ਆਵਾਜ਼ਾਂ, ਉਹੀ ਸਨਾਟਾ। ਜਾਨ ਹੈ ਕਿ ਕੰਡਿਆਲੀ ਝਾੜੀ ਹੈ, ਪਿੱਛਾ ਹੀ ਨਹੀਂ ਛੱਡਦੀ। ਮੈਨੂੰ ਬਹੁਤ ਦੁੱਖ ਹੋਇਆ। ਮੇਰੇ ਆਲ ਦੁਆਲ ਪੁਲਿਸ ਵਾਲੇ ਖੜ੍ਹੇ ਸਨ। ਪੁੱਛਣ ਲੱਗੇ, ਤੈਨੂੰ ਕਿਸੇ ਨੇ ਜ਼ਹਿਰ ਦਿੱਤਾ ਸੀ ਜਾਂ ਆਤਮਘਾਤ ਕੀਤਾ ਹੈ? ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦੀ, ਮੇਰੀ ਅੰਮੀ ਨੇ ਪਾਗਲਖਾਨੇ ਦਾ ਸਰਟੀਫਿਕੇਟ ਦਿਖਾ ਦਿੱਤਾ ਅਤੇ ਆਖਿਆ, ਇਹਦਾ ਜ਼ਹਿਨੀ ਤਵਾਜ਼ਨ ਠੀਕ ਨਹੀਂ ਹੈ, ਇਹ ਪਾਗਲ ਹੈ। ਹਾਂ, ਗਈ ਸਾਂ ਮੈਂ ਪਾਗਲਖਾਨੇ। ਜਦ ਮੈਨੂੰ ਪਾਗਲਖਾਨੇ ਯਾਨੀ ਕਿ ਕਰਾਚੀ ਦੇ ਦਿਮਾਗੀ ਨਫਸਿਆਤੀ ਹਸਪਤਾਲ ਵਿੱਚ ਹੋਸ਼ ਆਇਆ ਤਾਂ ਸਲਾਖਾਂ ਦੇ ਜਿੰਦਰੇ ਦੀ ਅੱਖ ਲੱਗੀ ਹੋਈ ਸੀ। ਪਾਗਲ ਔਰਤਾਂ ਮੇਰੇ ਆਲ ਦੁਆਲ ਘੁੰਮ ਰਹੀਆਂ ਸਨ। ਕਿਸੇ ਦੀਆਂ ਅੱਖਾਂ ਖਲਾ ਨਾਲ ਟੰਗੀਆਂ ਗਈਆਂ ਸਨ। ਕੋਈ ਆਪਣੇ ਹਾਸੇ ਨਾਲ ਮਰ ਰਹੀ ਸੀ। ਕੁਝ ਔਰਤਾਂ ਬਿਲਕੁਲ ਠੀਕ ਠਾਕ ਸਨ। ਉਹਨਾਂ ਨੂੰ ਜਾਇਦਾਦ ਦੇ ਚੱਕਰ ਵਿੱਚ ਪਾਗਲਖਾਨੇ ਦਾਖਲ ਕਰਵਾ ਦਿੱਤਾ ਗਿਆ ਸੀ। ਇੱਕ ਕੁੜੀ ਸਮਗਲਿੰਗ ਕਰਦੀ ਸੀ। ਪੁਲਿਸ ਤੋਂ ਬਚਣ ਲਈ ਉਹਨੇ ਇਹ ਢੋਂਗ ਰਚਾਇਆ ਸੀ। ਦੂਜੀ ਕੁੜੀ ਲਗਾਤਾਰ ਇਹੀ ਕਹਿੰਦੀ ਰਹਿੰਦੀ ਸੀ, ਮੇਰਾ ਅਜ਼ਾਰਬੰਦ ਨਾ ਖੋਲ੍ਹੋ। ਇੱਕ ਹੋਰ ਔਰਤ ਵੀ ਸਿਰਫ ਇਹ ਕਹਿੰਦੀ ਸੀ, ਮੈਨੂੰ ਨਾ ਮਾਰੋ, ਮੈਨੂੰ ਨਾ ਮਾਰੋ। ਇੱਕ ਆਵਾਜ਼ ਇਹ ਸੀ, ਮੈਂ ਇੰਨੇ ਮਰਦ ਬਰਦਾਸ਼ਤ ਨਹੀਂ ਕਰ ਸਕਦੀ। ਜੋ ਔਰਤ ਜ਼ਿਆਦਾ ਰੌਲਾ ਪਾਉਂਦੀ ਜਾਂ ਮਾਰ ਕੁੱਟ 'ਤੇ ਉਤਰ ਆਉਂਦੀ, ਉਹਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਮੈਨੂੰ ਇਸ ਕੈਦ ਤੋਂ ਬੜੀ ਵਹਿਸ਼ਤ ਹੁੰਦੀ ਸੀ। ਨਾ ਕੋਈ ਸੁਣਨ ਵਾਲਾ, ਨਾ ਕੋਈ ਪੁੱਛਣ ਵਾਲਾ। ਉਸ ਵਾਰ ਮੈਂ 15 ਦਿਨ ਹਸਪਤਾਲ ਵਿੱਚ ਰਹੀ। ਬਹੁਤ ਮੁਸ਼ਕਲ ਨਾਲ ਕਾਗਜ਼ ਤੇ ਕਲਮ ਹਾਸਲ ਕੀਤੇ ਅਤੇ ਸਿਰਫ ਪਾਗਲਾਂ ਦੀ ਗੁਫ਼ਤਗੂ ਲਿਖਦੀ ਰਹੀ। ਛੇਤੀ ਛਾਇਆ ਕਰਵਾਵਾਂਗੀ। ਉਂਝ ਹੁਣ ਤੱਕ 4 ਵਾਰੀ ਪਾਗਲਖਾਨੇ ਰਹਿ ਕੇ ਆ ਚੁੱਕੀ ਹਾਂ। ਬੇਸ਼ੁਮਾਰ ਇਲੈਕਟ੍ਰੋਨਿਕ ਸ਼ੌਕ ਲੱਗ ਚੁੱਕੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਯਾਦਾਸ਼ਤ ਬਹੁਤ ਕਮਜ਼ੋਰ ਹੋ ਗਈ ਹੈ। ਕਦੇ ਕਦੇ ਆਪਣਾ ਮਾਜ਼ੀ ਵੀ ਭੁੱਲ ਜਾਂਦੀ ਹਾਂ। ਹੈਰਤ ਮੇਰਾ ਸ਼ਿਕਾਰ ਕਰਦੀ ਰਹਿੰਦੀ ਹੈ। ਬੁੱਢਾ ਚੰਨ ਮੈਨੂੰ ਵੇਖ ਰਿਹਾ ਹੈ ਅਤੇ ਮੈਂ ਸਿਆਹ ਹੋ ਰਹੀ ਹਾਂ। ਸੂਰਜ ਜਦੋਂ ਮੇਰੇ ਘਰ ਤੋਂ ਲੰਘਿਆ ਸੀ ਤਾਂ ਕਹਿ ਰਿਹਾ ਸੀ, ਵੇਖ ਇਸ ਸਦੀ ਦੀ ਸਿਆਹ ਔਰਤ ਜਿਹਨੂੰ ਤਸਮਿਆਂ ਤੋਂ ਜ਼ਿਆਦਾ ਕੱਸ ਦਿੱਤਾ ਗਿਆ ਹੈ। ਇਹ ਇਨਸਾਨਾਂ ਦੀ ਖੇਤੀ ਹੈ, ਪਰ ਇਸ ਦਾ ਦਾਅਵਾ ਜ਼ਮੀਨ ਦੇ ਦਾਣੇ ਨਾਲੋਂ ਵੱਧ ਮੁਸ਼ਕਿਲ ਹੈ। ਸੂਰਜ ਦੀ ਆਵਾਜ਼ ਔਰਤ ਨੇ ਸੁਣੀ ਤਾਂ 4 ਦੀਵਾਰੀ ਦੀ ਕੁੱਖ 'ਚੋਂ ਬਾਹਰ ਨਿਕਲੀ ਅਤੇ ਵੇਖਿਆ ਮਿੱਟੀ ਉੱਤੇ ਤਾਰੇ ਰੋ ਰਹੇ ਹਨ ਅਤੇ ਜ਼ਮੀਨ ਗਰਦ ਹੋ ਰਹੀ ਹੈ। ਉਹਨੇ ਇਨਕਾਰ ਨੂੰ ਕਈ ਚਿਹਰਿਆਂ ਤੋਂ ਵੇਖਿਆ। ਔਰਤ ਨੇ ਆਪਣੀਆਂ ਅੱਖਾਂ ਤੋਂ ਪੁੱਛਿਆ, ਮੇਰਾ ਨਾਂ ਕੀ ਹੈ? ਅੱਖਾਂ, ਜਿਨ੍ਹਾਂ ਉੱਤੇ ਵਕਤ ਦਾ ਗ੍ਰਹਿਣ ਲੱਗ ਚੁੱਕਾ ਸੀ, ਕਹਿਣ ਲੱਗੀਆਂ, ਆਦਮ। ਦਰਿਆ ਜੋ ਸਦੀਆਂ ਤੋਂ ਆਪਣਾ ਰਸਤਾ ਬਦਲ ਰਿਹਾ ਸੀ, ਉਹਦਾ ਅਤੀਤ ਸਿਰਫ ਇੱਕ ਜ਼ਮੀਨ ਰਹਿ ਗਈ ਸੀ। ਉਹਨੇ ਸੁਣਿਆ ਅਤੇ ਬੋਲਿਆ, ਹੇ ਔਰਤ, ਮੇਰਾ ਸਫ਼ਰ ਗਵਾਹੀ ਦਿੰਦਾ ਹੈ ਕਿ ਤੇਰਾ ਨਾਂ ਆਦਮ ਨਹੀਂ, ਹਵਾ ਹੈ। ਹਵਾ ਨੇ ਕਾਲੀ ਕਾਲੀ ਆਪਣੇ ਕਦਮ ਵਲੇਟੇ ਅਤੇ ਕਿਹਾ, ਰਾਹੀ, ਤੂੰ ਠੀਕ ਕਹਿੰਦਾ ਏਂ। ਜ਼ਮੀਨ ਲੁੱਟਣ ਤੋਂ ਪਹਿਲਾਂ ਮੇਰਾ ਨਾਂ 4 ਦੀਵਾਰੀ ਨਹੀਂ, ਹਵਾ ਸੀ। ਮੈਂ ਸਦੀਆਂ ਤੋਂ ਮਰ ਰਹੀ ਹਾਂ ਅਤੇ ਸਿਆਹ ਹਾਂ। ਸਦੀਆਂ ਤੋਂ ਹੀ ਵਕਤ ਨੂੰ ਘੜੀਆਂ ਵਿੱਚ ਕੈਦ ਕਰ ਦਿੱਤਾ ਗਿਆ ਹੈ। ਔਰਤ ਸੋਚਣ ਲੱਗੀ, ਉਸਦੀ ਰਿਆਸਤ ਚਾਦਰ ਕੁਸ਼ਾਈ ਤੋਂ ਵੱਡੀ ਨਹੀਂ ਹੁੰਦੀ।
ਤੇ ਲਾਠੀਆਂ ਦਾ ਮੌਸਮ ਸਹਿਣਾ ਉਹਦਾ ਦਸਤੂਰ ਹੁੰਦਾ ਹੈ। ਆਦਮ ਦੇ ਇੱਜੜ ਵਿੱਚ ਹਰ ਕਿੱਲੇ 'ਤੇ ਹਵਾ ਤੋਂ ਜ਼ਿਆਦਾ ਰੱਸੀ ਲੰਬੀ ਹੁੰਦੀ ਹੈ। ਹਵਾ ਨੇ ਸੋਚਣਾ ਛੱਡਿਆ ਤਾਂ ਪੱਥਰਾਂ ਨੂੰ ਕਹਿਣ ਲੱਗੀ, ਰੋਟੀ ਮਸਰਾਂ ਦੀ ਦਾਲ ਨਾਲ ਚੰਗੀ ਲੱਗਦੀ ਹੈ, ਤੂੰ ਤਾਂ ਅਚਾਰ ਨਾਲ ਵੀ ਚੰਗਾ ਨਹੀਂ ਲੱਗਿਆ। ਇਹ ਖੁੱਲ੍ਹਾ ਅਸਮਾਨ ਹੀ ਸਾਡੀ ਛੱਤ ਹੈ। ਤੁਸੀਂ ਕੌਣ ਹੁੰਦੇ ਹੋ ਸਾਨੂੰ 4 ਇੱਟਾਂ ਵਿੱਚ ਦਫਨ ਕਰਨ ਵਾਲੇ? ਅੱਜ ਤਾਂ ਮੈਂ ਇੰਨਾ ਸੱਚ ਬੋਲਾਂਗੀ ਕਿ ਰੱਸੀ ਆਪਣੀ ਤਵਾਰੀਖ ਨੂੰ ਭੁੱਲ ਜਾਏਗੀ। ਖੋਲ੍ਹੋ ਮੇਰੀ ਅੰਗੀ ਦੇ ਬੰਦ, ਪਰ ਤੁਹਾਡੀ ਭੁੱਖ ਸਿਰਫ ਇੱਕ ਬੁਰਕੀ ਹੀ ਹੋਵੇਗੀ। ਕਿਉਂ ਚੱਕਦੇ ਹੋ ਆਪਣੀਆਂ ਮਾਵਾਂ ਨੂੰ? ਕਿਉਂ ਕਰਦੇ ਹੋ ਭੈਣਾਂ ਦੀ ਚਾਦਰ ਕੁਸ਼ਾਈ? ਖਾਓ ਪਹਿਲਾਂ ਆਪਣੇ ਨੁਤਫੇ ਦੀ ਸਹੁੰ ਕਿ ਤੁਸੀਂ ਆਪਣਾ ਨੁਤਫਾ ਨਹੀਂ ਜਾਣਦੇ। ਤੁਸੀਂ ਕੀ ਜਾਣੋ ਕਿ ਚਵੰਨੀ ਕਿਵੇਂ ਵਿਕਦੀ ਹੈ ਤੇ ਆਨਾ ਕਿਵੇਂ ਵਿਕਦਾ ਹੈ। ਮਾਵਾਂ ਦੀ ਮੰਡੀ ਵਿੱਚ ਜਿਸਮਾਂ ਦੀ ਸੌਦਾਗਰੀ ਕਰਦੇ ਹੋ। ਤੁਸੀਂ ਆਪਣੇ ਜਿਸਮ ਨਾਲ ਔਰਤ ਨੂੰ ਨਹੀਂ ਨਾਪ ਸਕਦੇ ਕਿ ਔਰਤ ਆਪਣੀ ਸੁਰੰਗ ਵਿੱਚੋਂ ਇਨਸਾਨ ਜਣਦੀ ਹੈ, ਆਪਣੀ ਹਿਆ ਵਿੱਚੋਂ ਨਹੀਂ। ਮੇਰੀ ਨਾਨੀ ਦੀ ਨਾਨੀ ਤੇ ਦਾਦੀ ਦੀ ਦਾਦੀ ਤੇ ਮਾਂ ਦੀ ਮਾਂ ਨਾਲ ਜੇ ਨਾ ਕੀਤਾ ਗਿਆ ਤੇ ਜ਼ਬਰ ਦੇ ਘਰ ਹੀ ਪੈਦਾ ਕੀਤੇ। ਹਸ਼ਰ ਵਾਲੇ ਦਿਨ ਵੀ ਖੁਦਾ ਮਾਵਾਂ ਕੋਲੋਂ ਜਵਾਬ ਮੰਗੇਗਾ ਤਾਂ ਤੁਹਾਡੀਆਂ ਮੁਫਲਿਸ ਮਾਵਾਂ ਕੀ ਬੋਲੀ ਲਾਣਗੀਆਂ ਖੁਦਾ ਤੋਂ? ਕੀ ਤੁਸੀਂ ਉਸ ਵੇਲੇ ਵੀ ਕਹੋਗੇ ਕਿ ਮਾਂ ਤੋਂ ਜ਼ਿਆਦਾ ਜੁੱਤੀ ਮਹਿੰਗੀ ਹੁੰਦੀ ਹੈ? ਤੁਸੀਂ ਮੇਰੀ ਇੱਕ ਰਾਤ ਦਾ ਮੁਆਵਜ਼ਾ ਵੀ ਨਹੀਂ ਦੇ ਸਕਦੇ। ਔਰਤ ਦੀਆਂ ਛਾਤੀਆਂ ਸਦੀਆਂ ਤੋਂ ਭੁੱਖੀਆਂ ਹਨ ਤੇ ਸਦੀਆਂ ਤੋਂ ਜ਼ੇਰੇ ਨਾਫ ਜਿਉਣ ਵਾਲੀ ਔਰਤ ਵੀ ਮਰ ਚੁੱਕੀ ਹੈ। ਅੱਖਾਂ ਦਾ ਕਾਲ ਪੈ ਗਿਆ ਹੈ ਤੇ ਇਨਸਾਨ ਦੀ ਥਾਂ ਬੰਜਰ ਸਾਏ ਲਹਿਰਾ ਰਹੇ ਹਨ। ਕਿਹੜੇ ਬਾਜ਼ਾਰਾਂ ਵਿੱਚ ਜਾਂਦੇ ਹੋ? ਉੱਥੇ ਕਦੇ ਦੁੱਖ ਨਹੀਂ ਵਿਕਿਆ? ਕਿਹੜੇ ਪਲ ਤੁਹਾਡੇ ਕੋਲ ਰਹਿ ਗਏ ਹਨ ਕਿ ਅੱਧੀ ਰੋਟੀ ਨੂੰ ਅੱਧੀ ਰੋਟੀ ਦੀ ਭੁੱਖ ਰਹਿੰਦੀ ਹੈ? ਪਿਆਸ ਝੂਠੀ ਨਹੀਂ ਹੁੰਦੀ। ਪਲ ਇੰਨੇ ਤਰਿਹਾਏ ਹਨ ਕਿ ਉਹ ਨਹੀਂ ਜਾਣਦੇ ਕਿ ਤੁਹਾਨੂੰ ਭੁੱਖ ਕਦੋਂ ਲੱਗਦੀ ਹੈ। ਔਰਤ ਜੇ ਤੁਹਾਨੂੰ ਜੰਮਦੀ ਹੈ ਤਾਂ ਔਰਤ ਵਿੱਚ ਇੱਕ ਕਬਰ ਵੀ ਹੁੰਦੀ ਹੈ। ਤੁਹਾਡੇ ਖੋਟੇ ਖਰੇ ਸਿੱਕੇ ਔਰਤ ਹੀ ਗਿਣਦੀ ਹੈ। ਔਰਤ ਦੇ ਤੰਦੂਰ ਉੱਤੇ ਰੋਟੀਆਂ ਲਾਉਣ ਤੋਂ ਪਹਿਲਾਂ ਤੁਸੀਂ ਜ਼ਿਆਦਾ ਭੁੱਖੇ ਹੁੰਦੇ ਹੋ ਕਿ ਤੁਹਾਡੀਆਂ ਜੁੱਤੀਆਂ। ਰਾਤਾਂ ਦਾ ਲਗਾਨ ਆਪਣੇ ਮਕਰੂ ਹਾਸੇ ਨਾਲ ਦਿੰਦੇ ਹੋ। ਔਰਤ ਦੀ ਖੁੱਡ ਵਿੱਚ ਠਹਾਕਾ ਲਾਉਣ ਵਾਲੇ ਸੱਪ ਤੋਂ ਵੀ ਵੱਧ ਮਸਤਾਨੀ ਤੌਰ ਨਾਲ ਤੁਰਦੇ ਹਨ। ਉਹਨਾਂ ਨੂੰ ਕੌਣ ਦੱਸੇ ਕਿ ਵਕਤ ਦੀ ਪਟਾਰੀ ਦਾ ਮੂੰਹ ਅਜੇ ਖੁੱਲ੍ਹਾ ਹੈ। ਸਪੇਰਨ ਨੇ ਸਿਰਫ ਅਜੇ ਮਣਕਾ ਹੀ ਸੁੱਟਿਆ ਹੈ। ਇਨਸਾਫ ਦੀ ਤੱਕੜੀ ਦੇ ਇੱਕ ਪੱਲੇ ਹਮੇਸ਼ਾ ਵੱਟੇ ਤੁਲਦੇ ਹਨ। ਪਰ ਮੈਂ ਤੁਹਾਨੂੰ ਕੈਦ ਰੱਖਾਂਗੀ ਆਪਣੀ ਆਵਾਜ਼ ਵਿੱਚ। ਮੈਂ ਤੁਹਾਨੂੰ ਕੈਦ ਕਰਾਂਗੀ ਆਪਣੀਆਂ ਸੱਚਾਈਆਂ ਨਾਲ। ਤੇ ਨਾਦਾਨੀਆਂ ਥੁੱਕਣ ਤੋਂ ਪਹਿਲਾਂ ਅਕਲ ਦਾ ਵਾਅਦਾ ਕਰ ਲੈਣਾ। ਜ਼ਬਰ, ਤਸ਼ੱਦਦ, ਬਰਤਰੀ ਦਾ ਅਹਿਸਾਸ, ਇਹ ਰਹੀ ਤੁਹਾਡੀ ਜ਼ਮੀਨ ਤੇ ਇਹ ਰਹੇ ਤੁਹਾਡੇ ਮੌਸਮ। ਇਨਸਾਨ ਤਾਂ ਇਨਸਾਨ, ਤੁਸੀਂ ਤਾਂ ਆਲਾ ਨਸਲ ਦੇ ਕੁੱਤੇ ਵੀ ਨਹੀਂ। ਮੈਂ ਕਿਵੇਂ ਤੁਹਾਡੇ ਲਈ ਇੱਕ ਚੋਰ ਦਾ ਇਹਤਰਾਮ ਕਰਾਂ? ਕਿਵੇਂ ਦੱਸਾਂ ਕਿ ਮੇਰੀਆਂ ਭੈਣਾਂ ਦੇ ਦੁਪੱਟੇ ਤਾਂ ਰੰਗ ਸਾਜ਼ਾਂ ਕੋਲ ਹਨ? ਕੋਰੀਆਂ ਅੱਖਾਂ ਤੋਂ ਤਾਂ ਮੈਨੂੰ ਗਿਲਾਨੀ ਆਉਂਦੀ ਹੈ। ਤੁਸੀਂ ਉਹ ਆਦਮ ਨਹੀਂ ਜਿਹਨੂੰ ਹਵਾ ਲੱਭਦੀ ਹੈ। ਉਹ ਆਦਮ, ਉਹ ਹਵਾ ਤਾਂ ਜਜ਼ਬਿਆਂ ਦੇ ਮਾਲਕ ਸਨ। ਘਰ ਵਿੱਚ ਜੇਕਰ ਦੁੱਖ ਦੀ ਭੱਠੀ ਬਲਦੀ ਸੀ ਤਾਂ ਦੋਹਾਂ ਦੀਆਂ ਅੱਖਾਂ ਅੰਗਿਆਰ ਹੋ ਜਾਂਦੀਆਂ ਸਨ ਤੇ ਦਿਲ ਦੇ ਅੰਗਿਆਰਿਆਂ ਉੱਤੇ ਹੀ ਦੋਵੇਂ ਜਗਦੇ ਬੁਝਦੇ ਸਨ। ਵੰਝਲੀ ਦੀ ਲਹਿ ਉਹਨਾਂ ਦੇ ਕਦਮ ਗਿਣਦੀ ਸੀ ਤੇ ਮਿੱਟੀ ਦੀ ਦੁਆ ਸਨ ਉਹ ਦੋਵੇਂ। ਤੇ ਮੈਂ ਤਾਂ ਹੱਥਾਂ 'ਚੋਂ ਡਿੱਗੀ ਹੋਈ ਦੁਆ ਹਾਂ, ਸਾਰਾ ਸ਼ਗੁਫਤਾ। ਸੋ ਇਹ ਸੀ ਕਿ ਮੱਚਦੀ ਬੁਝਦੀ ਔਰਤ ਸਾਰਾ ਸ਼ਗੁਫਤਾ, ਜਿਸਨੇ ਸੁਕਰਾਤ ਦੇ ਪਿਆਲੇ ਤੋਂ ਵੀ ਵੱਡਾ ਜ਼ਮੀਰ ਦਾ ਜ਼ਹਿਰ ਪੀ ਲਿਆ। ਦੁਨੀਆ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ ਜਿਹੜੀਆਂ ਲੋਕਾਂ ਨੇ ਜੇਲ੍ਹਾਂ ਵਿੱਚ ਲਿਖੀਆਂ। ਸਿਰਫ ਚਿੰਤਨਸ਼ੀਲ ਲੋਕਾਂ ਨੇ ਨਹੀਂ, ਫਰਾਂਸ ਦੇ ਜਾਂ ਜ਼ੈਨੇ ਵਰਗੇ ਨਾਮੀ ਗੁਨਾਹਕਾਰਾਂ ਨੇ ਵੀ। ਪਰ ਸਾਰਾ ਇੱਕ ਜਿਹੀ ਔਰਤ ਹੈ ਜਿਸਨੇ ਪਾਗਲ ਕਰਾਰ ਦਿੱਤੇ ਜਾਣ ਬਾਅਦ ਪਾਗਲਖਾਨੇ ਵਿੱਚ ਬੈਠ ਕੇ ਪਾਗਲ ਔਰਤਾਂ ਦੀ ਗੁਫ਼ਤਗੂ ਲਿਖੀ, ਜਿਸਨੇ ਮੁਅੱਜ਼ਜ਼ ਲੋਕਾਂ ਦੀ ਦੁਨੀਆ ਵਿੱਚ ਜ਼ੇਰੇ ਨਾਫ ਜਿਉਣ ਤੋਂ ਇਨਕਾਰ ਕਰ ਦਿੱਤਾ। ਮੈਂ ਨਹੀਂ ਜਾਣਦੀ ਸਾਰਾ ਦੀਆਂ ਕਿੰਨੀਆਂ ਨਜ਼ਮਾਂ ਤੇ ਕਿੰਨੇ ਖਤ ਮੇਰੇ ਤੱਕ ਪਹੁੰਚਦੇ ਸੈਂਸਰ ਦੀ ਨਜ਼ਰ ਹੋ ਗਏ ਤੇ ਕਿੰਨੇ ਉਸ ਰੱਦੀ ਵਿੱਚ ਸੜ ਗਏ ਜਿਹੜੀ ਰੱਦੀ ਉਹਦੇ ਘਰ ਵਿੱਚ ਸਾੜੀ ਜਾਂਦੀ ਸੀ। ਪਰ ਜੋ ਕੁਝ ਵੀ ਮੇਰੇ ਤੱਕ ਪਹੁੰਚਿਆ, ਮੈਂ ਉਹਨੂੰ ਇੱਕ ਤਰਤੀਬ ਦੇ ਕੇ ਛੇਤੀ ਤੋਂ ਛੇਤੀ ਇੱਕ ਕਿਤਾਬ ਦੀ ਸੂਰਤ ਵਿੱਚ ਸਾਰਾ ਦੀ ਨਜ਼ਰ ਕਰਨਾ ਚਾਹੁੰਦੀ ਸਾਂ। 1982 ਵਿੱਚ ਸਾਰਾ ਦਾ ਜਿਹੜਾ ਆਖਰੀ ਖਤ ਆਇਆ ਉਹਦੇ ਉੱਤੇ 11 ਅਕਤੂਬਰ ਦੀ ਤਾਰੀਖ ਸੀ ਤੇ ਉਸ ਦੀ ਦਾਸਤਾਨ ਦਾ ਜਿਹੜਾ ਆਖਰੀ ਹਿੱਸਾ ਮਿਲਿਆ ਉਸ ਉੱਤੇ 25 ਨਵੰਬਰ ਦੀ ਤਰੀਕ ਸੀ।
ਕਿਤਾਬ ਪ੍ਰੈਸ ਵਿੱਚ ਸੀ ਤੇ ਆਖਰੀ ਹਿੱਸਾ ਮੈਂ ਤਰਜਮਾ ਕਰ ਰਹੀ ਸਾਂ ਜਦ ਖਬਰ ਮਿਲੀ ਸਾਰਾ ਬਹੁਤ ਬਿਮਾਰ ਹੈ, ਹਸਪਤਾਲ ਵਿੱਚ ਹੈ। ਮੈਂ ਕਦੇ ਕਿਤਾਬ ਦੇ ਪਹਿਲੇ ਹਿੱਸੇ ਦੇ ਪ੍ਰੂਫ ਵੇਖਦੀ, ਕਦੇ ਆਖਰੀ ਹਿੱਸੇ ਦਾ ਤਰਜਮਾ ਕਰਦੀ। ਖੌਫਜ਼ਦਾ ਸਾਂ। ਜਾਣਦੀ ਸੀ ਕਿ ਬੇਸ਼ੱਕ ਸਾਰਾ ਨੇ ਆਪਣੀਆਂ 4 ਕਿਤਾਬਾਂ ਦਾ ਸਿਲਸਿਲਾ ਜ਼ਿਹਨ ਵਿੱਚ ਬਣਾ ਰੱਖਿਆ ਹੈ, ਪਰ ਉੱਥੇ ਉਸਦੀ ਇੱਕ ਵੀ ਕਿਤਾਬ ਸ਼ਾਇਆ ਨਹੀਂ ਹੋ ਸਕੇਗੀ ਤੇ ਮੈਂ ਚਾਹੁੰਦੀ ਸਾਂ ਕਿ ਘੱਟ ਤੋਂ ਘੱਟ ਇੱਕ ਕਿਤਾਬ ਮੈਂ ਉਹਨੂੰ ਜ਼ਰੂਰ ਦੇ ਸਕਾਂ। ਮੇਰੇ ਮਾਸਕਨਾਮੇ ਵਿੱਚ ਇੱਕ ਕਾਲਮ ਜਾਰੀ ਸੀ, ਮੱਚਦੇ ਅੱਖਰ, ਜਿਸ ਵਿੱਚ ਕੁਝ ਮਹੀਨਿਆਂ ਦੇ ਬਾਅਦ ਮੈਂ ਸਾਰਾ ਦੀ ਨਜ਼ਮ ਸ਼ਾਇਆ ਕਰਦੀ ਸਾਂ। ਉਹੀ ਕਾਲਮ ਮੇਰੇ ਸਾਹਮਣੇ ਸੀ ਤੇ ਜਿਵੇਂ 15 ਨਵੰਬਰ 1981 ਦੇ ਖੱਤ ਵਿੱਚ ਸਾਰਾ ਨੇ ਲਿਖਿਆ ਸੀ, ਜੇਕਰ ਮੇਰਾ ਜ਼ਿੰਦਗੀਨਾਮਾ ਵੀ ਛਪ ਜਾਏ। ਉਹਨੂੰ ਸਾਹਮਣੇ ਰੱਖਦੇ ਹੋਏ ਕਿਤਾਬ ਨੂੰ ਨਾਂ ਦਿੱਤਾ ਜਾਏ ਮੱਚਦੇ ਅੱਖਰ, ਸਾਰਾ ਸ਼ਗੁਫਤਾ ਦਾ ਜ਼ਿੰਦਗੀਨਾਮਾ। 1983 ਦੇ ਫਰਵਰੀ ਦੇ ਮਹੀਨੇ ਵਿੱਚ ਜਦ ਕਿਤਾਬ ਦੀ ਜਿਲਦਬੰਦੀ ਹੋਈ ਤਾਂ ਛੇਤੀ ਨਾਲ ਉਹ ਕਿਤਾਬਾਂ ਡਾਕ ਰਾਹੀਂ ਸਾਰਾ ਦੇ ਨਾਂ ਭੇਜ ਦਿੱਤੀਆਂ। ਕੁਝ ਮਹੀਨੇ ਖਾਮੋਸ਼ੀ ਨਾਲ ਲੰਘ ਗਏ। ਫਿਰ ਪਤਾ ਚੱਲਿਆ ਕਿ ਉਹ ਕਿਤਾਬਾਂ ਸਾਰਾ ਤੱਕ ਨਹੀਂ ਪਹੁੰਚੀਆਂ। ਪਰ ਇਸ ਦੌਰਾਨ ਕੁਝ ਹੋਰ ਅਦੀਬ ਕਰਾਚੀ ਤੋਂ ਆਏ ਮਿਲੇ ਸਨ, ਜਿਨ੍ਹਾਂ ਨੂੰ ਕਿਤਾਬ ਦੀ ਇੱਕ ਕਾਪੀ ਮੈਂ ਤੋਹਫੇ ਦੇ ਤੌਰ 'ਤੇ ਦਿੱਤੀ ਸੀ ਤੇ ਉਹਨਾਂ ਨੇ ਉੱਥੇ ਸਾਰਾ ਦੀ ਕਿਤਾਬ ਸਾਰਾ ਨੂੰ ਦਿਖਾਈ ਵੀ ਤੇ ਦਿੱਤੀ ਵੀ। ਅਹਿਮਦ ਸਲੀਮ ਦਾ ਖੱਤ ਆਇਆ ਕਿ ਸਾਰਾ ਦੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਤੇ ਸਾਰਾ ਬਹੁਤ ਪਰੇਸ਼ਾਨ ਹੈ, ਪਰ ਕਿਤਾਬ ਨੂੰ ਹੱਥ ਵਿੱਚ ਫੜੇ ਕਈ ਵਾਰ ਬੱਚਿਆਂ ਹਾਰ ਖੁਸ਼ ਹੋ ਜਾਂਦੀ ਹੈ ਤੇ ਕਦੇ ਕਿਸੇ ਵਰਕੇ ਉੱਤੇ ਹੱਥ ਧਰ ਕੇ ਉਸ ਤੋਂ ਪੁੱਛਦੀ ਹੈ, ਸਲੀਮ ਪੜ੍ਹ ਕੇ ਦੱਸ ਇਹ ਕਿਹੜੀ ਨਜ਼ਮ ਹੈ, ਤੇ ਕਦੇ ਕਿਸੇ ਹੋਰ ਵਰਕੇ ਉੱਤੇ ਹੱਥ ਧਰ ਕੇ ਪੁੱਛਦੀ ਹੈ, ਪੜ੍ਹੀ ਜ਼ਰਾ ਇੱਥੇ ਕੀ ਲਿਖਿਆ ਹੈ। ਚੂੜੀਆਂ ਦਾ ਠਹਾਕਾ। ਅਹਿਮਦ ਸਲੀਮ ਨੇ ਇੱਕ ਖਬਰ ਵੀ ਦਿੱਤੀ ਕਿ ਸਾਰਾ ਦੇ ਨਾਲ ਇੱਕ ਹੋਰ ਹਾਦਸਾ ਪੇਸ਼ ਆਇਆ ਹੈ। ਬਹੁਤ ਪਰੇਸ਼ਾਨੀ ਹੋਈ ਕਿ ਕੀ ਜ਼ਿੰਦਗੀ ਦਾ ਲਗਾਨ ਅਜੇ ਹੋਰ ਸਾਰਾ ਉੱਤੇ ਬਾਕੀ ਹੈ। ਸਾਰਾ ਨੇ ਮੈਨੂੰ ਚਿੱਠੀ ਲਿਖੀ ਸੀ ਬਹੁਤ ਤਫਸੀਲ ਨਾਲ, ਪਰ ਜਾਂ ਤਾਂ ਡਾਕ ਵਿੱਚ ਪਾਣਾ ਭੁੱਲ ਗਈ ਜਾਂ ਉਹ ਕਿਸੇ ਬਹੁਤ ਦਿਨ ਸੈਂਸਰ ਦੀ ਮੇਜ਼ 'ਤੇ ਪਈ ਰਹੀ ਹੋਣੀ ਹੈ। ਖੱਤ ਮਿਲਿਆ ਤਾਂ ਵੇਖਿਆ ਖੱਤ ਵਿੱਚ ਇੱਕ ਦੀ ਥਾਂ 8 ਜਨਵਰੀ ਦੀ ਤਾਰੀਖ ਸੀ ਤੇ ਆਖਰ ਵਿੱਚ ਕੋਈ ਤਾਰੀਖ ਨਹੀਂ ਸੀ ਤੇ ਖੱਤ ਦੇ ਪਹਿਲੇ ਹਿੱਸੇ ਵਿੱਚ ਤਫਸੀਲ ਨਾਲ ਬੀਤੇ ਨਵੰਬਰ ਮਹੀਨੇ ਦੀ ਗੱਲ ਸੀ। ਪਰ ਇਹ ਖੱਤ ਮੈਨੂੰ ਕਈ ਮਹੀਨਿਆਂ ਬਾਅਦ ਮਿਲਿਆ। ਲਿਖਿਆ ਸੀ, ਵਿਆਹ ਸ਼ਾਇਦ ਇਹ ਮਾਂ ਦੀ ਆਖਰੀ ਖੁਆਇਸ਼ ਸੀ ਜਿਹੜੀ ਮੈਂ ਮੰਨੀ। ਅਮਰਤਾ ਮੁਬਾਰਕ ਕਬੂਲ ਕੀਤੀ। ਸਾਡੀ ਜ਼ਮੀਨ ਤੇ ਦਸਤੂਰ ਮੁਤਾਬਕ ਸਾਨੂੰ ਹਰਾਮ ਤੋਂ ਹਲਾਲ ਹੋਣਾ ਹੀ ਪੈਂਦਾ ਹੈ। ਮੈਨੂੰ ਪਾਗਲਖਾਨੇ ਤੋਂ ਆਇਆਂ 2 ਜਾਂ 3 ਦਿਨ ਹੀ ਹੋਏ ਸਨ ਕਿ ਅੰਮੀ ਨੇ ਕਿਹਾ, ਡਾਕਟਰ ਦਾ ਕਹਿਣਾ ਹੈ ਕਿ ਜੇਕਰ ਤੇਰਾ ਵਿਆਹ ਕਰ ਦਿੱਤਾ ਜਾਏ ਤਾਂ ਤੂੰ ਠੀਕ ਹੋ ਜਾਏਂਗੀ ਧੀਏ, ਇਹੀ ਤੇਰਾ ਇਲਾਜ ਹੈ। ਵਿਆਹ? ਮੇਰੀ ਤਾਂ ਆਵਾਜ਼ ਕਾਲੀ ਪੈ ਗਈ। ਨਹੀਂ ਅੰਮੀ, ਮੇਰੇ ਜਿਸਮ ਤੋਂ ਤੁਹਾਡੀ ਕੁੱਖ ਦਾ ਪਰਛਾਵਾਂ ਨਹੀਂ ਜਾਂਦਾ। ਓਨੀ ਦਿਨੀ 5-6 ਨਕਲੀਆਂ ਦੀਆਂ ਅੱਖਾਂ ਮੇਰੇ ਹੱਥਾਂ ਵਿੱਚ ਹੱਥ ਕੜੀਆਂ ਹੋਣਾ ਚਾਹੁੰਦੀਆਂ ਸਨ। ਇੱਕ ਦਿਨ ਅੰਮੀ ਦੀ ਤਬੀਅਤ ਖਰਾਬ ਸੀ, ਉਹਨਾਂ ਦੇ ਪੈਰ ਘੁੱਟ ਰਹੀ ਸਾਂ। ਅਚਾਨਕ ਮੈਂ ਅੰਮੀ ਨੂੰ ਕਿਹਾ, ਹੁਣ ਤਾਂ ਤੁਸੀਂ ਰੋਜ਼ ਬਿਮਾਰ ਰਹਿਣ ਲੱਗ ਗਏ ਹੋ। ਉਹ ਬੋਲੀ, ਤੈਨੂੰ ਵੇਖ ਵੇਖ ਕੇ ਮੇਰਾ ਕਹਿਣਾ ਮੰਨ ਲੈ, ਚੂੜੀਆਂ ਦੇ ਹਾਸੇ ਵਿੱਚ ਸ਼ਾਮਲ ਹੋ ਜਾ। ਜਵਾਨ ਏ, ਮੁਹੱਲੇ ਵਾਲੇ ਵੀ ਗੱਲਾਂ ਬਣਾਉਂਦੇ ਹਨ। ਤੇਰੀ ਇਕੱਲੀ ਕੁੜੀ ਸੜਕਾਂ ਉੱਤੇ ਘੁੰਮਦੀ ਰਹਿੰਦੀ ਹੈ, ਖੌਰੇ ਕਿੱਥੇ ਜਾਂਦੀ ਹੈ ਤੇ ਖੌਰੇ ਕਿੱਥੋਂ ਆਉਂਦੀ ਹੈ। ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ ਧੀਏ। ਮੈਂ ਬਹੁਤ ਕੁਝ ਸੋਚਣ ਲੱਗੀ। ਫਿਰ ਇੱਕ ਦਿਨ ਮੈਂ ਤੇ ਅੰਮੀ ਧੁੱਪ ਸੇਕ ਰਹੇ ਸਾਂ ਕਿ ਮੈਂ ਮਹਿਸੂਸ ਕੀਤਾ ਅੰਮੀ ਚੋਰੀ ਚੋਰੀ ਹਟਕੋਰੇ ਲੈਂਦੀ ਹੈ ਤੇ ਚੋਰੀ ਚੋਰੀ ਮੈਨੂੰ ਵੇਖਦੀ ਹੈ। ਮੈਂ ਅੰਮੀ ਨੂੰ ਕਿਹਾ, ਜੇਕਰ ਅੰਮੀ ਮੈਂ ਤੇਰਾ ਕਹਿਣਾ ਮੰਨ ਲਵਾਂ ਤਾਂ ਮੇਰੀ ਸਾਰੀ ਬਿਮਾਰੀ ਜਾਂਦੀ ਰਹੇਗੀ, ਮੈਂ ਬਿਲਕੁਲ ਠੀਕ ਹੋ ਜਾਵਾਂਗੀ। ਪਰ ਅੰਮੀ ਤੁਸੀਂ ਇਕੱਲੇ ਰਹਿ ਜਾਵੋਗੇ। ਕਿੰਨੇ ਸਾਲ ਹੋ ਗਏ ਹਨ ਤੇਰਾ ਇਨਕਾਰ ਸੁਣਦੇ ਸੁਣਦੇ। ਤੇਰੇ ਬਹਾਨੇ ਤਾਂ ਮੈਨੂੰ ਮਰਨ ਵੀ ਨਹੀਂ ਦਿੰਦੇ। ਮੈਨੂੰ ਜ਼ਿਲਤਾਂ ਤੋਂ ਬਚਾ ਲੈ ਧੀਏ, ਹਾਂ ਕਹਿ ਦੇ। ਮੰਨਿਆ ਕਿ ਮੁੰਡਾ ਬਹੁਤ ਕੋਝਾ ਹੈ, ਪੜ੍ਹਿਆ ਲਿਖਿਆ ਵੀ ਨਹੀਂ, ਪਰ ਬਹੁਤੇ ਪੜ੍ਹੇ ਲਿਖਿਆ ਨੇ ਤੈਨੂੰ ਦੁੱਖਾਂ ਤੋਂ ਇਲਾਵਾ ਕੀ ਦਿੱਤਾ ਹੈ। ਇਹ ਠੀਕ ਰਹੇਗਾ। ਜਿਵੇਂ ਤੇਰੀ ਮਰਜ਼ੀ ਅੰਮੀ, ਪਰ ਜਾਣਦੀ ਹਾਂ ਚੂੜੀਆਂ ਕਦੇ ਠਹਾਕੇ ਲਾਉਣ ਤੋਂ ਬਾਜ਼ ਨਹੀਂ ਆਉਂਦੀਆਂ। ਹਾਰ ਤੋਂ ਡਰਦੀ ਏ? ਨਹੀਂ ਅੰਮੀ, ਜੇਕਰ ਤੇਰੀ ਜਿੱਤ ਮੇਰੀ ਹਾਰ ਹੁੰਦੀ ਹੈ ਤਾਂ ਮੈਂ ਸਾਰੀ ਉਮਰ ਹਾਰਨਾ ਪਸੰਦ ਕਰਾਂਗੀ। ਖੌਰੇ ਕੀ ਬੋਲਦੀ ਰਹਿੰਦੀ ਹੈ, ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ। ਮੈਂ ਅੰਮੀ ਦੇ ਪਸੰਦੀਦਾ ਮੁੰਡੇ ਦੇ ਕੋਲ ਪਹੁੰਚੀ ਤੇ ਕਿਹਾ, ਮੇਰੀ ਅੰਮੀ ਨੇ ਤੇਰਾ ਰਿਸ਼ਤਾ ਕਬੂਲ ਕਰ ਲਿਆ ਹੈ, 4-5 ਦਿਨਾਂ ਬਾਅਦ ਬਰਾਤ ਲੈ ਕੇ ਆ ਜਾਣਾ। ਅੰਮੀ ਨੇ ਬਹੁਤ ਖੁਸ਼ੀ ਨਾਲ ਸਾਰੇ ਮੁਹੱਲੇ ਨੂੰ ਦਾਵਤ ਦਿੱਤੀ ਤੇ ਮੇਰਾ ਨਿਕਾਹ ਹੋ ਗਿਆ। ਪਹਿਲੇ ਦਿਨ ਚਾਦਰ ਕੁਸ਼ਾਈ ਦੇ ਬਾਅਦ ਉਹਨੇ ਕਿਹਾ, ਮੇਰੇ ਪੈਰ ਘੁੱਟ।
ਮੈਂ ਪੈਰ ਘੁੱਟੇ। ਦੂਜੇ ਦਿਨ ਔਰਤ ਦੀ ਨਿਜਾਤ ਇਸੇ ਵਿੱਚ ਹੁੰਦੀ ਹੈ ਕਿ ਜੁੱਤੀ ਤੋਂ ਰੋਟੀ ਤੱਕ ਦੁਆਵਾਂ ਦੇ ਪਣਘਟ ਉੱਤੇ ਖਾਲੀ ਖੂਹ ਤੇ ਮੈਂ। ਤੀਜੇ ਦਿਨ ਦਿਓਰ ਸਾਹਿਬ ਨੇ ਕਿਹਾ, ਭਰਜਾਈ ਦਾਜ ਕਦੋਂ ਆਏਗਾ? ਕਿਤਾਬਾਂ ਤਾਂ ਮੁੰਡਿਆਂ ਦੇ ਹਿਸਾਬ ਨਾਲ ਪਹੁੰਚ ਗਈਆਂ ਹਨ। ਮੈਂ ਕਿਹਾ, ਸਾਡੇ ਕੋਲ ਇਹਨਾਂ ਕਿਤਾਬਾਂ ਦੇ ਇਲਾਵਾ ਕੁਝ ਨਹੀਂ, ਮੇਰਾ ਦਾਜ ਇਹੀ ਮੇਰੀਆਂ ਕਿਤਾਬਾਂ ਹਨ। ਇੱਕ ਦਿਨ ਅੰਮੀ ਮੇਰੇ ਘਰ ਆਈ, ਹੱਥਾਂ ਵਿੱਚ ਫਲਾਂ ਦਾ ਟੋਕਰਾ। ਧੀਏ ਖੁਸ਼ ਤਾਂ ਹੈ ਨਾ? ਹਾਂ ਅੰਮੀ, ਬਹੁਤ ਖੁਸ਼ ਹਾਂ। ਤੂੰ ਆਪਣੀ ਸੁਣਾ, ਤੂੰ ਖੁਸ਼ ਹੈ ਕਿ ਨਹੀਂ? ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਤੇਰਾ ਘਰ ਵਸ ਗਿਆ, ਮੇਰੇ ਲਈ ਇਸ ਨਾਲੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ? ਮੁਸ਼ਾਇਰੇ ਵਿੱਚ ਜਾਣਾ ਬੰਦ, ਗੈਰ ਮਰਦ ਨਾਲ ਮੁਲਾਕਾਤ ਬੰਦ, ਅਖਬਾਰਾਂ ਵਿੱਚ ਲਿਖਣਾ ਬੰਦ। ਤੂੰ ਹੁਣ ਸਾਡੀ ਇੱਜ਼ਤ ਹੈ, ਲੱਖਪਤੀ ਖਾਨਦਾਨ ਦੀ ਨੂੰਹ ਏ। ਖਾਣ ਪੀਣ ਦੀ ਤੈਨੂੰ ਤਕਲੀਫ ਨਹੀਂ ਹੋਏਗੀ। ਰਿਹਾ ਤੇਰਾ ਪਾਗਲਪਨ, ਇਹ ਸਭ ਬਹਾਨੇਬਾਜ਼ੀ ਹੈ। ਅਸਲੀ ਦੁੱਧ ਮੱਖਣ ਖਾਏਂਗੀ ਤਾਂ ਤੰਦਰੁਸਤ ਹੋ ਜਾਏਂਗੀ। ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ। ਮੈਂ ਕਿਹਾ, ਮੈਨੂੰ ਡਾਕਟਰ ਕੋਲ ਲੈ ਚੱਲੋ। ਹਜ਼ਰਤ ਬੋਲੇ, ਸਾਡੇ ਘਰਾਂ ਵਿੱਚ ਡਾਕਟਰਾਂ ਦਾ ਰਿਵਾਜ਼ ਨਹੀਂ, ਸੋ ਮੇਰੀ ਦਵਾਈ ਵੀ ਬੰਦ। ਮੈਂ ਗੁਆਂਢ ਦੇ ਬੱਚਿਆਂ ਤੋਂ ਦਵਾਈ ਮੰਗਵਾਈ ਤੇ ਖਾ ਕੇ ਸੌਂ ਗਈ। ਅੱਧੀ ਰਾਤੀ ਵਹਿਸ਼ਤ ਦਾ ਦੌਰਾ ਪਿਆ ਤੇ ਮੈਂ ਵਿਹੜੇ ਵਿੱਚ ਟਹਿਲਣ ਲੱਗੀ। ਮੇਰੀ ਹਾਲਤ ਵੇਖ ਕੇ ਮੇਰੇ ਸ਼ੌਹਰ ਨੇ ਕਿਹਾ ਕਿ ਤੂੰ ਨਸ਼ਾ ਕਰਦੀ ਹੈ? ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ ਕਿ ਮੇਰੀ ਬੀਵੀ ਇੰਨੀ ਘਟੀਆ ਹੋ ਸਕਦੀ ਹੈ ਕਿ ਉਹ ਨਸ਼ਾ ਕਰੇ। ਮੈਂ ਕਿਹਾ, ਇਹ ਦਵਾਈਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਹਨ, ਇਹ ਨਸ਼ੇ ਦੀਆਂ ਦਵਾਈਆਂ ਨਹੀਂ ਹਨ। ਕਿਸ ਮੁਸੀਬਤ ਨਾਲ ਵਿਆਹ ਹੋ ਗਿਆ? ਸਾਡੇ ਘਰਾਂ ਵਿੱਚ ਔਰਤ ਸਿਗਰਟ ਪੀਵੇ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਪੜ੍ਹਨ ਲਿਖਣ 'ਤੇ ਪਾਬੰਦੀ। ਕੀ ਲਿਖ ਰਹੀ ਹੈ? ਇੱਥੇ ਆ ਮੇਰੇ ਪੈਰ ਘੁੱਟ, ਵੱਡੀ ਆਈ ਸ਼ਾਇਰਾ। ਗਹਿਣੇ ਹਰ ਵੇਲੇ ਪਾਇਆ ਕਰ, ਇਸੇ ਨਾਲ ਇੱਜ਼ਤ ਹੁੰਦੀ ਹੈ। ਮਸ਼ਹੂਰ ਸ਼ਾਇਰਾ ਦਾ ਸਾਹ ਹੁਣ ਮੇਰੀ ਮੁੱਠੀ ਦੇ ਬਰਾਬਰ ਹੈ। 15 ਦਿਨ ਤਾਂ ਮੈਂ ਚੁੱਪ ਰਹੀ। ਸੋਨਾ ਧਾਤ ਹੈ ਤੇ ਮੈਂ ਸੋਨੇ ਜਾਣੀ ਕਿ ਧਾਤ ਤੋਂ ਵੱਧ ਜ਼ਿੰਦਾ ਹਾਂ। ਮੈਂ ਹੱਸਦੀ ਹਾਂ, ਇੱਕ ਜ਼ਬਰ ਤੋਂ ਦੂਜੇ ਜ਼ਬਰ ਤੱਕ। ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਤੂੰ ਇੱਕ ਲੱਖਪਤੀ ਹੈ। ਆਪਣਾ ਖਾਬ ਦਰੁਸਤ ਕਰ, ਨਹੀਂ ਤਾਂ ਚੰਗਾ ਨਹੀਂ ਹੋਏਗਾ। ਤੂੰ 2 ਕੌਡੀ ਦੀ ਸ਼ਾਇਰਾ, ਤੇਰਾ ਇਲਮ ਤਾਂ ਤੈਨੂੰ ਅੱਧੀ ਰੋਟੀ ਵੀ ਨਹੀਂ ਦੇ ਸਕਦਾ। ਲਿਖਣ ਪੜ੍ਹਨ ਨਾਲ ਫਾਇਦਾ? ਮੈਨੂੰ ਆਪਣੀ ਮੁਫਲਿਸ ਨਜ਼ਰਾਂ ਨੇ ਬਹੁਤ ਅਫਸੋਸ ਹੋਇਆ। ਹਾਲਤੇ ਜ਼ਾਰੇ ਕਫਸ तेरी तो ना थी मेरी थी, मैं किस ज़मीन की आबरू हूँ मैं नहीं जानती। 25 ਦਿਨਾਂ ਬਾਅਦ ਮੈਂ ਲੱਖਪਤੀ ਨੂੰ ਕਿਹਾ, ਮੈਨੂੰ ਤਲਾਕ ਚਾਹੀਦਾ ਹੈ। ਨਹੀਂ ਦੇਵਾਂਗਾ। ਤੈਨੂੰ ਇੱਥੇ ਕਿਹੜੀ ਤਕਲੀਫ ਹੈ? ਝੁੱਗੀ ਤੋਂ ਘਰ ਤੱਕ ਲਿਆਇਆ ਹਾਂ। 20,000 ਰੁਪਏ ਹੱਕੇ ਮੇਰ ਹੈ ਤੇਰਾ, ਉਹ ਮੈਂ ਤੈਨੂੰ ਮਾफ़ ਕੀਤਾ। ਖੈਰ, ਬਹੁਤ ਮੁਸ਼ਕਲਾਂ ਨਾਲ ਤਲਾਕ ਹਾਸਲ ਕੀਤਾ ਤੇ ਚੈਨ ਨਾਲ ਸੁੱਤੀ। ਜਦ ਮੈਂ ਫਿਰ ਅੰਮੀ ਦੇ ਘਰ ਆਈ ਤਾਂ ਅੰਮੀ ਨੇ ਬਹੁਤ ਹਿੰਮਤ ਨਾਲ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਤੇ ਬੋਲੀ, ਕੋਈ ਗੱਲ ਨਹੀਂ, ਮੈਂ ਸੋਚਾਂਗੀ। ਮੈਂ ਤੇਰਾ ਵਿਆਹ ਹੀ ਨਹੀਂ ਕੀਤਾ। ਇਹ ਤੇਰਾ ਘਰ ਹੈ, ਜ਼ਿਆਦਾ ਸੋਚਿਆ ਨਾ ਕਰ, ਤੇਰੇ ਦਿਮਾਗ 'ਤੇ ਅਸਰ ਹੋ ਜਾਂਦਾ ਹੈ। ਡੋਰ ਫੜੀ ਤਾਂ ਹੱਥ ਵਿੱਚ ਇੱਕ ਹੋਰ ਜ਼ਖਮੀ ਲਕੀਰ ਬਣ ਗਈ। ਇਹ ਸਾਰਾ ਦੀਆਂ ਚੂੜੀਆਂ ਦਾ ਹਾਸਾ ਸੀ। ਮੈਂ ਨਹੀਂ ਜਾਣਦੀ ਕਿ ਇਸ ਹਾਸੇ ਵਿੱਚ ਚੂੜੀਆਂ ਦੇ ਬੁੱਲ੍ਹ ਜ਼ਖਮੀ ਹੋਏ ਜਾਂ ਨਹੀਂ, ਪਰ ਇਹ ਜਾਣਦੀ ਹਾਂ ਕਿ ਚੂੜੀਆਂ ਦੇ ਇਸ ਹਾਸੇ ਨਾਲ ਮੇਰੇ ਕੰਨ ਜ਼ਖਮੀ ਹੋ ਗਏ। ਸਦੀਆਂ ਤੋਂ ਔਰਤ ਦੀ ਕਿਸਮਤ ਚੂੜੀਆਂ ਨਾਲ ਜੁੜੀ ਹੋਈ ਹੈ। ਉਸ ਨੂੰ ਚੂੜੀਆਂ ਪਵਾਈਆਂ ਜਾਂਦੀਆਂ ਹਨ, ਉਸ ਦੀ ਵੀਣੀ ਨਾਲੋਂ ਚੂੜੀਆਂ ਤੋੜੀਆਂ ਜਾਂਦੀਆਂ ਹਨ, ਪਰ ਉਹਨੂੰ ਆਪਣੇ ਹੱਥੀਂ ਚੂੜੀਆਂ ਲਾਉਣ ਦਾ ਹੱਕ ਨਹੀਂ ਦਿੱਤਾ ਜਾਂਦਾ। ਸਾਰਾ ਨੇ ਇਹ ਤਾਂ ਜਾਣ ਲਿਆ ਕਿ ਉਹਨੂੰ ਚੂੜੀਆਂ ਪਾਉਣੀਆਂ ਹੋਣਗੀਆਂ, ਹਰਾਮ ਤੋਂ ਹਲਾਲ ਹੋਣਾ ਪਏਗਾ, ਤੇ ਉਹਨੇ ਜ਼ਮੀਨ ਦਾ ਇਹ ਦਸਤੂਰ ਮੰਨ ਲਿਆ। ਪਰ ਉਹਨੇ ਇਸ ਦਸਤੂਰ ਵਿੱਚ ਇੱਕ ਤਰਮੀਮ ਕਰਨੀ ਚਾਹੀ ਕਿ ਜੇਕਰ ਉਹਨੂੰ ਚੂੜੀਆਂ ਪਾਉਣ ਦਾ ਹੱਕ ਹੈ ਤਾਂ ਲਾਉਣ ਦਾ ਵੀ ਹੱਕ ਹੈ, ਤੇ ਇਹ ਤਰਮੀਮ ਕਿਸੇ ਨੂੰ ਗਵਾਰਾ ਨਹੀਂ ਸੀ। ਇੱਕ ਮਾਂ ਸੀ ਜੋ ਸਾਰਾ ਨੂੰ ਗਲੇ ਨਾਲ ਲਗਾ ਸਕੀ, ਉਸ ਵੇਲੇ ਵੀ ਜਦ ਉਹ ਕਿਸੇ ਦੀਆਂ ਚੂੜੀਆਂ ਲਾ ਕੇ ਆਈ ਸੀ। ਪਰ ਸਾਰਾ ਦੇ ਲਫ਼ਜ਼ਾਂ ਵਿੱਚ ਜਦ ਉਹਨੇ ਉਹ ਡੋਰ ਫੜੀ ਤਾਂ ਇੱਕ ਜ਼ਖਮੀ ਲਕੀਰ ਹੱਥ ਵਿੱਚ ਆਈ। ਸਾਰਾ ਦੇ ਇਸੇ ਖੱਤ ਦਾ ਦੂਜਾ ਟੁਕੜਾ ਸੀ ਅੰਮੀ ਦੀ ਮੌਤ 'ਤੇ। ਸੰਨ 1983 ਮੇਰੀ ਮਾਂ ਨੂੰ ਮੌਤ ਦੀ ਮੁਬਾਰਕਬਾਦ ਦੇ ਕੇ ਗਿਆ ਹੈ ਅਮਰਤਾ। ਅੱਜ ਮੇਰੀ ਮਾਂ ਮਰ ਗਈ ਹੈ ਅਮਰਤਾ। ਮੈਂ ਤੈਨੂੰ ਖੱਤ ਲਿਖ ਰਹੀ ਸਾਂ ਕਿ ਅਚਾਨਕ ਅੰਮੀ ਦਾ ਦਿਲ ਫੇਲ ਹੋ ਗਿਆ। 4 ਵਜੇ ਬਰੋਜ਼ ਹਫ਼ਤਾ। ਮੈਂ ਵੀ ਮਾਂ ਦੇ ਖੂਨ ਦਾ ਕਸਾਸ ਦਿੱਤਾ ਹੈ। ਮੇਰੇ ਲਫ਼ਜ਼ ਜੋ ਉਹਦੇ ਲਹੂ ਦੇ ਟੇਪੇ ਟੇਪੇ ਨੂੰ ਦਿਖਾਉਂਦੇ ਸਨ, ਪਰ ਮੈਂ ਫਿਰ ਵੀ ਅਖਬਾਰਾਂ ਦੀਆਂ ਸੁਰਖੀਆਂ ਨਾਲ ਖਰਾਜ਼ੇ ਤਹਿਸੀਨ ਹਾਸਲ ਕਰਦੀ ਰਹੀ। ਪਰ ਮੈਂ ਮਾਂ ਦੇ ਲਹੂ ਦੇ ਤੁਪਕਿਆਂ ਤੋਂ ਦਵਾਵਾਂ ਹਾਸਲ ਕਰਦੀ ਰਹੀ। ਅਮਰਤਾ, ਮੈਂ ਮਾਂ ਦੀ ਕੁੱਖ ਦਾ ਜ਼ਹਿਰ ਹਾਂ ਜੋ ਉਹਦੀਆਂ ਹੱਡੀਆਂ ਵਿੱਚ ਸਰਾਇਤ ਕਰ ਗਿਆ ਹੈ, ਤੇ ਮੇਰੀ ਮਾਂ ਮਰ ਗਈ ਹੈ। ਉਹਦੀਆਂ ਆਖਰੀ ਅੱਖਾਂ ਵਿੱਚ ਮੇਰਾ ਪਛਤਾਵਾ ਸੀ। ਮੈਂ ਇਨਸਾਨੀਅਤ ਦੇ ਨਾਂ 'ਤੇ ਆਪਣੀ ਮਾਂ ਨੂੰ ਸ਼ਿਕਾਰ ਕਰਦੀ ਰਹੀ। ਮੇਰੇ ਨਾਂ ਦੀ ਥਾਂ ਗਾਲ ਰਹਿ ਗਈ ਹੈ। ਮਾਂ ਦੀਆਂ ਖਾਲੀ ਅੱਖਾਂ
ਦੀਆਂ ਧੀਆਂ ਕਿੰਨੀਆਂ ਫੋਕੀਆਂ ਹਨ। ਸਾਰੀ ਜ਼ਮੀਨ 'ਤੇ ਰੱਸੀਆਂ ਕੱਸ ਦਿੱਤੀਆਂ ਜਾਣ ਕਿ ਇਲਮ ਦੇ ਨਾਂ 'ਤੇ ਅੱਖਾਂ ਨੂੰ ਫਾਂਸੀ ਦੇ ਦਿੱਤੀ ਗਈ। ਮੈਂ ਇਨਸਾਨਾਂ ਦੀ ਕਿਸਮਤ ਲਿਖਣ ਲੱਗੀ, ਨੰਗਿਆਂ ਦੇ ਅਹਿਜਾ ਗਿਣਦੀ ਰਹੀ। ਮੈਂ ਆਪਣੀ ਮਾਂ ਦੀ ਧੀ ਦੀ ਕੁੱਖ ਕਈ ਮਰਦਾਂ ਨਾਲ ਦਾਗ ਦਿੱਤੀ ਸੀ, ਇਸ ਲਈ ਧੀਆਂ ਦੀ ਵੇਲ ਨਾਲ ਮੇਰੀ ਧੀ ਵੀ ਦਾਗੀ ਜਾਏਗੀ। ਖੁਦਾ ਦੇ ਇਨਸਾਫ ਦੇ ਇੱਕ ਪੱਲੇ ਦਾ ਨਾਂ ਹੈ ਸਜ਼ਾ। ਲਫ਼ਜ਼ਾਂ ਦੇ ਕੁੱਜਿਆਂ ਵਿੱਚ ਮੈਂ ਜ਼ਹਿਰ ਲੁਕਾ ਰੱਖਿਆ ਸੀ। ਇਹ ਜ਼ਹਿਰ ਮੇਰੀ ਮਾਂ ਨੇ ਕਿਉਂ ਪੀ ਲਿਆ? ਮੈਂ ਇੰਨੀ ਅਣਜਾਣ ਨਹੀਂ ਸਾਂ। ਮੈਂ ਜਾਣਦੀ ਸਾਂ ਮੈਂ ਆਪਣੀ ਮਾਂ ਨੂੰ ਕਤਲ ਕਰ ਰਹੀ ਹਾਂ ਅਤੇ ਮੈਂ ਆਪਣੀ ਮਾਂ ਨੂੰ ਕਤਲ ਕੀਤਾ ਹੈ ਆਪਣੇ ਝੂਠ ਨਾਲ। ਅਤੇ ਲੋਕ ਕਹਿੰਦੇ ਸਨ ਤੇਰੀ ਮਾਂ ਦੀ ਕਬਰ ਸੱਚੀ ਹੈ। ਜਿਸ ਵੇਲੇ ਉਹਨੂੰ ਕਬਰ ਵਿੱਚ ਉਤਾਰਿਆ ਤਾਂ ਕਬਰ 'ਚੋਂ ਖੁਸ਼ਬੂ ਆ ਰਹੀ ਸੀ। ਮੈਂ ਝੂਠ ਤੋਂ ਪਹਿਲਾਂ ਯਕੀਨਨ ਸੱਚੀ ਰਹੀ ਹੋਵਾਂਗੀ, ਪਰ ਮੈਂ ਨਹੀਂ ਜਾਣਦੀ ਝੂਠ ਦਾ ਰੋਗ ਮੇਰੀਆਂ ਛਾਤੀਆਂ ਤੋਂ ਕਦ ਪੈ ਰਿਹਾ। ਕਾਸ਼ ਮੈਂ ਦੁਨੀਆ ਤੋਂ ਲੁਕ ਕੇ ਆਪਣੇ ਆਪ ਨੂੰ ਵੇਖ ਸਕਦੀ। ਮੈਂ ਕੁਝ ਨਹੀਂ ਵੇਖ ਸਕਦੀ। ਮੇਰੀਆਂ ਅੱਖਾਂ ਮਰ ਗਈਆਂ ਹਨ, ਤਾਂ ਹੀ ਤਾਂ ਮੇਰੀ ਮਾਂ ਮਰ ਗਈ ਹੈ। ਕਿੱਥੇ ਹੈ ਮਾਂ? ਨਾ ਮੇਰੀਆਂ ਅੱਖਾਂ ਵਿੱਚ, ਨਾ ਮੇਰੀ ਕੁੱਖ ਵਿੱਚ, ਅਤੇ ਨਾ ਤੇਰੀ ਕੁੱਖ ਵਿੱਚ। ਅਮਰਤਾ, ਮੈਨੂੰ ਤਾਂ ਕੋਰੇ ਪੰਨੇ ਤੋਂ ਜ਼ਿਆਦਾ ਚੁੱਪ ਰਹਿਣ ਦਾ ਹੱਕ ਸੀ। ਮੈਂ ਜਿਸ ਦਿਨ ਆਪਣਾ ਹੱਕ ਵੰਡਿਆ ਸੀ, ਮੇਰੀ ਮਾਂ ਤਾਂ ਉਸੇ ਦਿਨ ਮਰ ਗਈ ਸੀ। ਅੱਜ ਤਾਂ ਮੇਰੀਆਂ ਛਾਤੀਆਂ ਤੋਂ ਵੀ ਜ਼ਹਿਰ ਵਹਿ ਰਿਹਾ ਹੈ। ਜੇਕਰ ਮੇਰੇ ਬੱਚੇ ਮੇਰੇ ਕੋਲ ਆਏ ਤਾਂ ਮਰ ਜਾਣਗੇ। ਉਹਨਾਂ ਨੂੰ ਦੂਰ ਰੱਖੋ ਕਿ ਅਖਬਾਰਾਂ ਦੀਆਂ ਸੁਰਖੀਆਂ ਬਣਨ ਵਾਲੀ ਸ਼ਾਇਰਾਂ ਦੇ ਬੱਚੇ ਹਨ। ਮੈਨੂੰ ਵਕਤ ਦੇ ਨਰਕ ਵਿੱਚ ਫਾਂਸੀ ਦਿੱਤੀ ਗਈ ਅਤੇ ਫਿਰ ਖੁਦਾਰੀਆਂ ਦੀਆਂ ਰੱਸੀਆਂ ਨਾਲ ਕੱਸ ਦਿੱਤਾ ਗਿਆ। ਮੈਂ ਮਾਂ ਦੇ ਧੜਕਦੇ ਦਿਲ 'ਤੇ ਕਦੇ ਹੱਥ ਨਹੀਂ ਰੱਖਿਆ ਕਿ ਮੇਰੇ ਹੱਥ ਲਫ਼ਜ਼ ਤੋਂ ਵੱਧ ਨਹੀਂ ਰੀਂਗ ਸਕਦੇ ਸਨ। ਮਾਂ ਮੋਈਏ ਤਾਂ ਮਹਿਸੂਸ ਹੋਇਆ ਹੈ ਮੇਰੇ ਬੱਚੇ ਦੀ ਮਾਂ ਦੀਆਂ ਖੁਦਾਰੀਆਂ ਨਾਲ ਮਰ ਗਏ ਨੇ, ਕੋਈ ਜ਼ਿੰਦਾ ਨਹੀਂ। ਕੀ ਮੇਰੇ ਬੱਚੇ ਵੀ? ਕਿੱਥੇ ਹੋਣਗੇ? ਮੇਰੇ ਕੋਲ ਤਾਂ ਨਹੀਂ। ਮੈਂ ਵੀ ਕਿਹੜੀ ਜ਼ਿੰਦਾ ਰਹਿ ਗਈ ਹਾਂ? ਅੱਖਾਂ ਦੀ ਸੜਾਂਦ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ। ਜਿਨ੍ਹਾਂ ਦੀਆਂ ਮਾਵਾਂ ਜ਼ਿੰਦਾ ਰਹਿ ਗਈਆਂ ਮੇਰੇ ਲਈ ਦੁਆ ਮੰਗਣ। ਅੱਜ ਤਾਂ ਨਾ ਮੈਂ ਮਾਂ ਵਾਲੀ ਹਾਂ ਅਤੇ ਨਾ ਧੀ ਵਾਲੀ। ਸੋਗ ਨਾਲ ਕਮਰਾ ਭਰਿਆ ਹੋਇਆ ਹੈ। ਦੂਰ ਦੂਰ ਤੋਂ ਲੋਕ ਆਣ ਪਹੁੰਚੇ ਹਨ। ਮੇਰੀਆਂ 6 ਭੈਣਾਂ ਅਤੇ 4 ਭਰਾ ਵੀ। ਇਹਨਾਂ ਦੀਆਂ ਚੀਖਾਂ ਤਾਂ ਮੈਨੂੰ ਬਾਜ਼ਾਰ ਵਿੱਚ ਲੈ ਆਈਆਂ ਹਨ। ਸ਼ਗੁਫਤਾ, ਤੇਰੀ ਵਜ੍ਹਾ ਨਾਲ ਸਾਡੀ ਮਾਂ ਮਰ ਗਈ ਹੈ। ਇਹਨੂੰ ਤੇਰੇ ਦੁੱਖ ਨੇ ਮਾਰਿਆ ਹੈ। ਇਹਨੂੰ ਸਿਰਫ ਤੇਰਾ ਦੁੱਖ ਸੀ। ਖਾਨਦਾਨ ਦੀਆਂ ਕੁੜੀਆਂ ਨੂੰ ਮੇਰੇ ਕੋਲ ਇਕੱਲਿਆਂ ਬੈਠਣ ਦੀ ਇਜਾਜ਼ਤ ਨਹੀਂ। ਸਾਰਾ ਸ਼ਗੁਫਤਾ ਆਜ਼ਾਦੀ ਦਾ ਬੇਸ ਪਾਈ ਫਿਰਦੀ ਹੈ। ਕਿਤੇ ਬੱਚੀਆਂ ਉੱਤੇ ਇਹਦਾ ਰੰਗ ਨਾ ਰਹਿ ਜਾਵੇ। ਮੈਂ ਲਿਖ ਰਹੀ ਹਾਂ ਤਾਂ ਆਵਾਜ਼ ਆਈ ਹੈ, ਵੇਖੀ ਸਾਡੀ ਇੱਜ਼ਤ ਦਾ ਖਿਆਲ ਕਰੀ। ਕਿਤੇ ਅਖਬਾਰਾਂ ਰਸਾਲਿਆਂ ਲਈ ਸਾਡੀਆਂ ਸੁਰਖੀਆਂ ਲਿਖ ਰਹੀ ਹੋਵੇਂ। ਨਫ਼ਰਤਾਂ ਦੀ ਵਰ੍ਹੇਗੰਢ ਵਿੱਚ ਅਤੇ ਮੌਤ ਦੀ ਵਰ੍ਹੇਗੰਢ ਵਿੱਚ ਇੱਕ ਹੋਰ ਆਵਾਜ਼ ਸ਼ਾਮਲ ਹੋਈ ਜਿਹੜੀ ਕਦੇ ਰੂਹ ਵਿੱਚੋਂ ਨਹੀਂ ਸੁਣੀ ਗਈ। ਮੈਂ ਸੈਆਂ ਚਿਹਰਿਆਂ ਦੀ ਨਫ਼ਰਤ ਨਾਲ ਰੰਗਿਆ ਹੋਇਆ ਹਾਸਾ ਹੱਸ ਰਹੀ ਹਾਂ। ਮੇਰੇ ਸਿਆਹ ਕੋਟਿਆਂ ਵਿੱਚ ਕੋਈ ਚੰਨ ਨਹੀਂ ਟੁੱਟਿਆ, ਪਰ ਮੇਰੀ ਕਬਰ ਮਿੱਟੀ ਨੂੰ ਨਫ਼ਰਤ ਨਾਲ ਹਾਮਲਾ ਕਰ ਦੇਵੇਗੀ। ਨਫ਼ਰਤ ਦੀ ਗਵਾਹੀ ਸਭ ਤੋਂ ਵੱਧ ਸੱਚੀ ਹੁੰਦੀ ਹੈ। ਕੀ ਅੱਜ ਮੈਂ ਜ਼ਿੰਦਾ ਹਾਂ? ਸਾਹਿਲ ਹਮੇਸ਼ਾ ਸਮੁੰਦਰ ਦੇ ਫਰੇਬ ਵਿੱਚ ਮੁਬਤਲਾ ਰਹਿੰਦਾ ਹੈ। ਅੱਖਾਂ ਜ਼ਹਿਰ ਨਾਲ ਸਿਆਹ ਹੁੰਦੀਆਂ ਹਨ। ਛਾਂ ਸੂਰਜ ਦੇ ਨਾਲ ਨਾਲ ਬੀਤ ਜਾਂਦੀ ਹੈ। ਅੱਜ ਮੈਂ ਇੱਕ ਇੱਜੜ ਹਾਂ। ਇੱਜ਼ਤ ਦੇ ਇੱਕ ਇੱਜੜ ਵਿੱਚ ਕਮਾਲ ਦੀਆਂ ਬੋਲੀਆਂ ਬੋਲੀਆਂ ਜਾਂਦੀਆਂ ਹਨ। ਹਲਾਲ ਜਿਸਮ ਉੱਤੇ ਅੱਖਾਂ ਹਰਾਮ ਹੁੰਦੀਆਂ ਹਨ। ਜੇਕਰ ਮੈਂ ਦੁੱਖ ਤੋਂ ਵੱਧ ਸ਼ਰਮਿੰਦਾ ਹੋਈ ਤਾਂ ਕਬਰ ਤੋਂ ਵੱਧ ਮਰ ਨਹੀਂ ਸਕਦੀ। ਤੇਰੀਆਂ ਅੱਖਾਂ ਮੈਨੂੰ ਇੰਨਾ ਕਿਉਂ ਟੋਂਦੀਆਂ ਹਨ? ਮੇਰੀ ਮਾਂ, ਮੌਤ, ਮੇਰੇ ਸਬਰ, ਝੂਠ। ਮੈਂ ਇੱਕ ਡੋਲੀ ਵਿੱਚ ਮਰਦੀ ਹਾਂ ਤਾਂ ਦੂਜੀ ਡੋਲੀ ਤਿਆਰ ਹੋ ਜਾਂਦੀ ਹੈ। ਮੁਵਾਜਰੇ ਮੌਸਮ ਵਿੱਚ ਕਿਹੜੇ ਫੁੱਲ ਖਿੜਾਵਾਂ? ਮੇਰੀ ਜ਼ੁਬਾਨ ਦੁੱਖ ਤੋਂ ਵੱਧ ਡੂੰਘੀ ਹੈ। ਮੈਂ ਕਿੱਥੇ ਬੋਲਦੀ ਹਾਂ ਅਮਰਤਾ? ਮੈਂ ਪਾਗਲ ਹੋ ਜਾਂਦੀ ਹਾਂ ਤਾਂ ਅੰਮੀ ਮੈਨੂੰ ਲੈ ਲੈ ਫਿਰਦੀ। ਹੁਣ ਕੌਣ? ਸਾਰੀ ਰਾਤ ਮੈਂ ਤੜਫਦੀ ਰਹਿੰਦੀ ਤਾਂ ਉਹ ਵੀ ਸਾਰੀ ਰਾਤ ਜਾਗਿਆ ਕਰਦੀ। ਮੈਂ ਆਪਣੀ ਮਾਂ ਨੂੰ ਬਹੁਤ ਦੁੱਖ ਦਿੱਤੇ ਹਨ ਅਮਰਤਾ। ਹਾਂ, ਸ਼ਾਮ ਤੋਂ ਪਹਿਲਾਂ ਸੂਰਜ ਰੋਜ਼ ਆਪਣੀ ਮੌਤ ਦਾ ਇੰਤਜ਼ਾਰ ਕਰਦਾ ਹੈ। ਰਾਤ ਮੇਰੀਆਂ ਅੱਖਾਂ ਵੀ ਲੁਕਾ ਦਿੰਦੀ ਹੈ। ਖੁਦਾ ਇਨਸਾਨ ਨਾਲ ਸਿਰਫ ਮੌਤ ਜਿੰਨਾ ਸੱਚ ਬੋਲ ਸਕਦਾ ਹੈ। ਮੈਂ ਮਾਂ ਦੇ ਦੁੱਖਾਂ ਦੀ ਚਿਖਾ ਵਿੱਚ ਅਤੇ ਮੇਰੀ ਧੀ ਮੇਰੀ ਚਿਖਾ ਵਿੱਚ ਸੜ ਰਹੀ ਹੈ ਅਮਰਤਾ। ਇਹ ਕਿਹੀ ਰੌਸ਼ਨੀ ਹੈ? ਮੈਨੂੰ ਦੱਸ ਅਮਰਤਾ, ਮੇਰੀ ਅੰਮੀ ਕਿਉਂ ਮਰ ਗਈ ਹੈ? ਸੂਰਜ ਦੇ ਡੁੱਬਣ ਨਾਲ ਜ਼ਮੀਨ ਦੀ ਛਾਂ ਨਿਖੜ ਜਾਂਦੀ ਹੈ ਜਾਂ ਸੁੱਤੀ ਮਿੱਟੀ ਦੀ ਬੁੱਕਲ ਵਿੱਚ। ਮੈਨੂੰ ਜਾਗਦੀਆਂ ਰਾਤਾਂ ਵਿੱਚ ਡਰ ਲੱਗਦਾ ਹੈ। ਦਿਲ ਦੀ ਥਾਂ ਸਨਾਟਾ ਧੜਕ ਰਿਹਾ ਹੈ। ਅਮਰਤਾ, ਜਦੋਂ ਮੈਂ ਆਪਣੀ ਅੰਮੀ ਦੇ ਘਰ ਨੂੰ ਆਪਣੀ ਅੰਮੀ ਦੇ ਲਹੂ ਨਾਲ ਰੰਗ ਦਿੱਤਾ ਤਾਂ ਮੌਸਮਾਂ ਦੇ ਰੰਗ ਵਿੱਚ ਲਿਖਣ ਲੱਗੀ ਅਤੇ ਬਹੁਤ ਸੱਚੇ ਲਫ਼ਜ਼ ਲਿਖਣ ਵਾਲੀ ਮਸ਼ਹੂਰ ਹੋ ਗਈ।
ਅੰਮੀ ਮੇਰੀ ਦੁਖੀ ਅੰਮੀ ਹੁਣ ਮੈਨੂੰ ਕਦੇ ਨਹੀਂ ਆਖੇਗੀ, ਰਾਤ ਰਾਤ ਪਰ ਨਾ ਲਿਖਿਆ ਕਰ, ਸੌਂ ਜਾ ਮੇਰੀ ਸ਼ਗੁਫਤਾ ਸੌਂ ਜਾ, ਨਹੀਂ ਤਾਂ ਦੌਰਾ ਪੈ ਜਾਏਗਾ। ਮੇਰਾ ਇੱਕ ਕਾਗਜ਼ ਵੀ ਇੱਧਰ ਉੱਧਰ ਹੋ ਜਾਂਦਾ ਤਾਂ ਘਰ ਵਿੱਚ ਕਿਆਮਤ ਬਰਪਾ ਕਰ ਦਿੰਦੀ। ਇਸ ਲਈ ਮੇਰੀ ਅੰਮੀ ਇੱਕ ਇੱਕ ਕਾਗਜ਼ ਸੰਭਾਲ ਕੇ ਰੱਖਿਆ ਕਰਦੀ ਅਤੇ ਥੋੜ੍ਹੀ ਥੋੜ੍ਹੀ ਦੇਰ ਮਗਰੋਂ ਚਾਹ ਦਾ ਪਿਆਲਾ ਮੇਰੀ ਮੇਜ਼ 'ਤੇ ਹੁੰਦਾ। ਮੈਂ ਕਦੇ ਉੱਠ ਕੇ ਪਾਣੀ ਵੀ ਨਹੀਂ ਪੀਤਾ। ਹੁਣ ਕੌਣ ਏ ਅੰਮ੍ਰਿਤਾ? ਮੇਰੀਆਂ ਸਿਆਹ ਗੱਲਾਂ ਤਾਂ ਮੇਰੀ ਅੰਮੀ ਦੀਆਂ ਕਾਲੀਆਂ ਅੱਖਾਂ ਵਿੱਚ ਦਫਨ ਹੋ ਗਈਆਂ। ਮੇਰੇ ਦੁੱਖ, ਮੇਰੇ ਰੋਗ ਮੇਰੀ ਮਾਂ ਦੇ ਦਿਲ 'ਤੇ ਰੋਂਦੇ ਰਹੇ। ਮੇਰੀਆਂ ਲਾਪਰਵਾਹੀਆਂ ਨਾਲ ਮੇਰੀ ਮਾਂ ਦੇ ਕੱਪੜੇ ਪਾਟ ਗਏ ਸਨ। ਉਹ ਮੇਰੇ ਲਿਬਾਸ ਦੀ ਚਿੰਦੀ ਸੀਵਿਆ ਕਰਦੀ ਸੀ। ਅੰਮ੍ਰਿਤਾ, ਉਹਨੇ ਕਦੇ ਮੈਨੂੰ ਆਪਣੇ ਪੈਰਾਂ ਦੇ ਜ਼ਖਮ ਨਹੀਂ ਦਿਖਾਏ ਸਨ। ਮੇਰੀ ਮਾਂ ਬਹੁਤ ਅਜ਼ੀਮ ਔਰਤ ਸੀ। ਮੇਰੀਆਂ ਡੋਲੀਆਂ ਰੁਖਸਤ ਕਰਦੇ ਕਰਦੇ ਉਹ ਖੁਦ ਡੋਲੀ ਵਿੱਚ ਬੈਠ ਕੇ ਚਲੀ ਗਈ। ਉਹ ਕਬਰਸਤਾਨ ਨਾਲ ਵਿਆਹ ਦਿੱਤੀ ਗਈ ਹੈ। ਮਿੱਟੀ ਮੇਰੀ ਮਾਂ ਨਾਲ ਹਾਮਲਾ ਹੋ ਗਈ ਹੈ। ਹੁਣ ਕਬਰਸਤਾਨਾਂ ਦੀ ਨਸਲ ਬਦਲ ਜਾਏਗੀ। ਅੰਮ੍ਰਿਤਾ, ਮੇਰੀ ਅੰਮੀ ਮਰ ਗਈ ਹੈ ਅਤੇ ਮੈਂ ਇਕੱਲੀ ਰਹਿ ਗਈ ਹਾਂ। ਅੰਮ੍ਰਿਤਾ, ਕਾਸ਼ ਇਸ ਵੇਲੇ ਤੂੰ ਮੇਰੇ ਕੋਲ ਹੁੰਦੀ। ਮੇਰੇ ਆਲ ਦੁਆਲ ਇਸ ਵੇਲੇ ਸਭ ਅਣਜਾਣੇ ਲੋਕ ਹਨ। ਅੰਮ੍ਰਿਤਾ, ਮੇਰੀ ਅੰਮੀ ਮਰ ਗਈ। ਕੀ ਇਹ ਸੱਚ ਹੈ? ਮੈਨੂੰ ਯਕੀਨ ਨਹੀਂ ਆਉਂਦਾ ਅੰਮ੍ਰਿਤਾ। ਅੰਮੀ ਸੂਰਜ ਤੋਂ ਜ਼ਿਆਦਾ ਸੱਚ ਬੋਲਿਆ ਕਰਦੀ ਸੀ। ਅੰਮੀ, ਮੇਰੀ ਅੰਮੀ ਜੀ। ਮੈਂ ਫੁੱਲਾਂ ਤੋਂ ਵੱਧ ਹੱਸ ਸਕਦੀ ਸਾਂ, ਮੈਂ ਮੌਤ ਤੋਂ ਵੱਧ ਮਰ ਸਕਦੀ ਸਾਂ। ਤੂੰ ਕਿਉਂ ਮਰ ਗਈ? ਕੀ ਪੰਛੀ ਆਪਣੀ ਉਡਾਰੀ ਤੋਂ ਵਿਛੜ ਚੁੱਕੇ? ਗੁਨਾਹਾਂ ਦੀ ਗਵਾਹੀ ਮੇਰੀ ਹੈਰਤ ਨੂੰ ਦੱਸਦੀ ਹੈ। ਅੱਜ ਮੈਂ ਕੌੜੀ ਹੋ ਗਈ ਹਾਂ। ਮੇਰੇ ਨਾਲ ਨਫ਼ਰਤ ਕਰੋ। ਮੈਂ ਆਪਣੀ ਮਾਂ ਨੂੰ ਕੋਈ ਸੁੱਖ ਨਹੀਂ ਦਿੱਤਾ। ਮੈਂ ਸਾਰਾ ਦਾ ਇੱਕ ਖੱਤ ਪੜ੍ਹ ਰਹੀ ਸਾਂ, ਰੋ ਰਹੀ ਸਾਂ ਅਤੇ ਸੋਚ ਰਹੀ ਸਾਂ, ਜੇਕਰ ਖੁਦਾ ਸਿਰਫ ਮੌਤ ਜਿੰਨਾ ਸੱਚ ਬੋਲਦਾ ਹੈ ਤਾਂ ਖੁਦਾ ਦਾ ਬਣਾਇਆ ਹੋਇਆ ਇਨਸਾਨ ਸਿਰਫ ਪੈਸੇ ਜਿੰਨਾ ਸੱਚ ਬੋਲਦਾ ਹੈ।